ਤੁਰਹਾਂ ਖਸਮ ਭੇਜਿਆ, ਸਚੈ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਤੁਰਹਾਂ ਖਸਮ ਭੇਜਿਆ, ਸਚੈ ਹੁਕਮ ਪਠਾਏ। ਇੰਦ ਵਰਸੈ ਦਇਆ ਕਰ, ਗੂੜੀ ਸ਼ਹਿਬਰ ਲਾਏ। ਬਾਬੀਹ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹ ਪਾਏ। ਅਨ ਧਨ ਬਹੁਤਾ ਉਪਜੈ, ਧਰਤੀ ਸੋਭਾ ਪਾਏ। ਅਨ ਦਿਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਏ। ਆਪੇ ਸੱਚਾ ਬਖਸ਼ ਲਾਏ, ਕਰ ਕਿਰਪਾ ਕਰੈ ਰਜਾਏ। ਹਰ ਗੁਣ ਗਾਵਹੁ ਕਾਮਣੀ, ਸਚੈ ਸ਼ਬਦ ਸਮਾਏ। ਭੈ ਕਾ ਸਹਜ ਸਿਗਾਰ ਕਰਹੁ, ਸਚ ਰਹੋ ਨਿਵ ਲਾਏ। ਨਾਨਕ ਨਾਮੋ ਮਨ ਵਸੈ, ਹਰ ਦਰਗਹ ਲਏ ਛੁਡਾਏ। ਭੈ ਕਾ ਸਹਜ ਸਿਗਾਰ ਕਰਹੁ, ਸਚ ਰਹੋ ਨਿਵ ਲਾਏ। ਨਾਨਕ ਨਾਮੋ ਮਨ ਵਸੈ, ਹਰ ਦਰਗਹ ਲਏ ਛੁਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿ ਸ਼ਬਦ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ, ਜਹਰਾ ਜ਼ਹੂਰ ਸਰਬ ਕਲਾ ਸੁਮਰਤ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਰਬੰਸ ਦਾਨੀ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਐਸੇ ਪਹਾੜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂਸਰ ਸ੍ਰੀ ਜਾਪਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਾਧ ਸੰਗਤ, ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਉਸ ਅਕਾਲ ਪੁਰਖ ਸਤਿਗੁਰਾਂ ਦੇ ਬਖਸ਼ੇ ਉਦਮ ਦੇ ਸਦਕਾ ਗੁਰੂ ਘਰ ਪਹੁੰਚ ਕੇ ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਗੁਰੂ ਘਰ ਪਹੁੰਚ ਕੇ ਸਰਵਣ ਕੀਤੇ ਹਨ।
ਸਤਿਗੁਰਾਂ ਦੇ ਪਾਵਨ ਬਚਨ ਨੇ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵੇਖੋ ਗੁਰਮੁਖੋ, ਬਾਹਰਲੀ ਧਰਤੀ ਨੂੰ ਮਨੁੱਖ ਗੋੜਦਾ ਹੈ, ਉਦਮ ਕਰਦਾ ਹੈ, ਧਰਤੀ 'ਚ ਬੀਜ ਪਾਉਂਦਾ ਹੈ, ਉਹਨੂੰ ਪਾਣੀ ਲਾਉਂਦਾ, ਸੰਭਾਲ ਕਰਦਾ, ਵੱਢਦਾ, ਦੁਨਿਆਵੀ ਤੌਰ ਤੇ ਉਹਨੂੰ ਲਾਭ ਪ੍ਰਾਪਤ ਹੁੰਦਾ, ਮੂਲ ਭਰ ਕੇ ਚੁੱਕਦਾ ਹੈ। ਪਰ ਜਿਹੜਾ ਆਪਣੇ ਸਰੀਰ ਰੂਪੀ ਧਰਤੀ ਨੂੰ ਗੋਡਦਾ ਹੈ, ਨਾਮ ਦਾ ਬੀਜ ਪਾਉਂਦਾ ਹੈ, ਤੇ ਉਹਦੀ ਫਿਰ ਸੰਭਾਲ ਵੀ ਕਰਦਾ। ਜਿਵੇਂ ਦੁਨਿਆਵੀ ਧਰਤੀ 'ਚ ਬੀਜ ਪਾਇਆ ਜਾਂਦਾ, ਫਿਰ ਉਹਨੂੰ ਸਾਂਭਿਆ ਵੀ ਜਾਂਦਾ ਹੈ, ਪਾਣੀ ਦਿੱਤਾ ਜਾਂਦਾ ਹੈ, ਨਦੀਨ ਉਹਦੇ 'ਚੋਂ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ। ਉਹ 6 ਮਹੀਨੇ ਜ਼ਿਮੀਂਦਾਰ ਕਿਸਾਨ ਸੰਭਾਲ ਕਰਦਾ, ਫਿਰ ਬੋਲ ਭਰ ਕੇ ਫਸਲ ਤੇ ਚੁੱਕਦਾ। ਇੱਥੇ ਖੇਤ ਸਰੀਰ ਜੋ ਬੀਜੀਏ, ਮਨ ਹਾਲੀ ਕਿਰਸਾਨੀ ਕਰਨੀ, ਸਰਬ ਪਾਣੀ ਤਨ ਖੇਤ ਨਾਮ ਬੀਜ, ਸੰਤੋਖ ਸੁਹਾਗਾ ਰੱਖ ਗਰੀਬੀ ਵੇਚ। ਜਿਹੜਾ ਸਰੀਰ ਰੂਪੀ ਧਰਤੀ 'ਚ ਨਾਮ ਰੂਪੀ ਬੀਜ ਪਾਉਂਦਾ, ਸੰਤੋਖ ਦਾ ਸੁਹਾਗਾ ਰੱਖਦਾ, ਅੰਦਰ ਨਿਮਰਤਾ, ਫਿਰ ਗੁਰਮੁਖ ਪਿਆਰੂ ਉਹ ਧਨ ਪ੍ਰਾਪਤ ਹੁੰਦਾ ਹੈ ਜਿਹੜਾ ਧਨ ਸਾਡੇ ਨਾਲ ਜਾਣਾ ਹੈ। ਦੁਨਿਆਵੀ ਤੌਰ ਤੇ ਕਮਾਇਆ ਧਨ ਇੱਕ ਦਿਨ ਖਰਚ ਹੋ ਜਾਂਦਾ ਹੈ, ਧਰਮ ਦੀ ਦੁਨੀਆ 'ਚ ਕਮਾਇਆ ਧਨ ਨੂੰ ਸਦੀਵ ਕਾਲ ਵਾਸਤੇ ਸਾਡੇ ਨਾਲ ਜਾਂਦਾ ਹੈ। ਇਹੋ ਧਨ ਅਖੁੱਟ ਨਾ ਨਖੁੱਟੈ, ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ। ਇਹ ਜਿਹੜਾ ਧਨ ਅਸੀਂ ਇੱਕ ਵਾਰੀ ਇਕੱਤਰ ਕਰਾਂਗੇ, ਮੰਨ ਲਓ ਤੇ ਅਸੀਂ ਘੜੋਲੇ ਵੀ ਭਰੇ, ਅਸੀਂ ਬਾਹਰ ਬੋਲ ਵੀ ਲਾਏ, ਬੋਲ ਵਿਕ ਕੇ ਧਨ ਆਇਆ, ਉਹ ਵੀ ਖਰਚ ਦਿੱਤਾ, ਜਿਹੜਾ ਘਰੇ ਭਰਿਆ ਉਹ ਛਕ ਲਿਆ। ਪਰ ਇੱਧਰ ਜਿਹੜਾ ਨਾਮ ਧਨ ਅਸੀਂ ਇਕੱਤਰ ਕਰ ਲਿਆ ਨਾ, ਤੇ ਉਹ ਧਨ ਨੂੰ ਅਸੀਂ ਖਰਚਾਂਗੇ ਤੇ ਉਹਨੇ ਵਧਣਾ, ਉਹਦੇ 'ਚ ਘਾਟਾ ਕੋਈ ਨਹੀਂ ਪੈਣਾ। ਦੁਨਿਆਵੀ ਤੇ ਅਸੀਂ ਰਸੋਈ 'ਚ ਸਮਾਨ ਭਰਦੇ, ਉਹਨੂੰ ਖਰਚਦੇ, ਉਹ ਘਟ ਜਾਂਦਾ ਹੈ, ਇੱਕ ਦਿਨ ਬਰਤਨ ਖਾਲੀ ਹੋ ਜਾਂਦੇ ਹੈ। ਇਹ ਜਿਹੜਾ ਧਨ ਅਸੀਂ ਇਕੱਤਰ ਕੀਤੇ, ਇਹਨੂੰ ਖਰਚਣਾ ਵੀ ਹੈ, ਖੁੱਲੇ ਦਿਲ ਨਾਲ ਖਾਵ ਹੈ, ਖਰਚਾ ਹੈ, ਖਾਣਾ ਵੀ ਹੈ ਤੇ ਖਰਚ ਵੀ ਇਹਨੂੰ। ਇਹਦਾ ਖਰਚ ਜਿਹੜਾ ਅਰਥ ਹੈ ਉਹ ਅਸੀਂ ਵਰਤਾਉਣਾ ਕਰ ਸਕਦੇ ਹਾਂ। ਰਲ ਮਿਲ ਭਾਈ, ਜਦੋਂ ਉਹ ਕਮਾਇਆ ਧਨ ਰਲ ਮਿਲ ਕੇ ਭਾਈ ਛਕੇਗਾ, ਵੰਡ ਕੇ ਛਕਣ ਦੀ ਨੀਅਤ ਨਾਲ ਜਦੋਂ ਤੂੰ ਰੱਬ ਦਾ ਸਭ ਕੁਝ ਸਮਝ ਕੇ ਇਹਨੂੰ ਵਰਤਾਏਗਾ, ਫਿਰ ਇਹ ਘਟੇਗਾ ਕੋਈ ਨਹੀਂ। ਮੰਨ ਲਓ ਜਿਸ ਸ਼ਬਦ ਦੀ ਅਸੀਂ ਹੁਣ ਇੱਥੇ ਵਿਚਾਰ ਕੀਤੀ ਹੈ, ਇਸ ਸ਼ਬਦ ਦੀ ਵਿਚਾਰ ਹੀ ਕੋਈ ਇੱਥੋਂ ਸੁਣ ਕੇ ਘਰੇ 10 ਸਰੀਰਾਂ 'ਚ ਪਰਿਵਾਰ 'ਚ ਘਰੇ ਸੰਗਤ ਆਈ ਹੈ, ਹੋਰ 10 ਜੀਆਂ ਨੂੰ ਦੱਸਿਓ, ਧਨ ਘਟੇਗਾ ਥੋੜੀ, ਉਹਦੇ 'ਚੋਂ ਬਹੁਤ ਸਾਨੂੰ ਹੋਰ ਵੀ ਲਾਭ ਪ੍ਰਾਪਤ ਹੋਏਗਾ। ਹੋਰ ਗਿਆਨ ਵੀ ਵੱਧਦਾ, ਆਨੰਦ ਵੀ ਵੱਧਦਾ, ਅੰਦਰ ਨੂੰ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ। ਜਿਵੇਂ ਜਿਵੇਂ ਅਸੀਂ ਖਰਚਾ ਆਪ ਜਪਿਆ, ਅਸੀਂ ਮੰਨ ਲਓ ਕੋਈ 1 ਘੰਟਾ ਰੋਜ਼ ਦਾ ਸਿਮਰਨ ਕਰਦਾ ਹੈ ਆਪਣੇ ਵਾਸਤੇ, ਫਿਰ ਉਹਨੇ ਵਰਤਾਉਣਾ ਚਾਹਿਆ, ਕਹਿੰਦਾ ਨਹੀਂ ਆਪ ਤੇ ਮੈਂ ਵਰਤ ਰਿਹਾ, ਵਰਤਾਵਾ ਇਹਨੂੰ, ਖਾਵਹਿ ਖਰਚੈ ਰਲ ਮਿਲ ਭਾਈ। ਤੇ ਉਹਨੇ 1 ਘੰਟਾ ਫਿਰ ਸ਼ਾਮ ਨੂੰ ਪਰਿਵਾਰ ਨੂੰ ਜਪਾਉਣਾ ਸ਼ੁਰੂ ਕਰ ਦਿੱਤਾ, ਜਾਂ ਭਾਈ ਸੰਗਤ ਜੀ ਮੇਰੇ ਘਰੇ ਆਓ, ਆਪਾਂ ਨੇ ਜਪਣਾ ਹੈ। ਉਹ ਘਟਿਆ ਨਹੀਂ ਧਨ, ਉਹਨੇ ਖਰਚ ਤੇ ਕੀਤੇ, ਉਹ ਘਟਿਆ ਨਹੀਂ ਹੈ, ਉਹ ਵਧਿਆ। ਇੱਕ ਸਰੀਰ ਅੱਗੇ ਜਦੋਂ ਸਤਨਾਮ ਦਾ ਜਾਪ ਕਰਦਾ ਹੈ ਨਾ, ਤੇ ਮੰਨ ਲਓ ਜਿੰਨੇ ਸਰੀਰ ਪਿੱਛੇ ਨਾਲ ਬੋਲਦੇ, ਉਹ ਉਹਨੇ ਗੁਣਾ ਧਨ ਨੂੰ ਵੱਧਦਾ। 1 ਘੰਟਾ ਸਿਮਰਨ ਕਰਨਾ, 1 ਸਰੀਰ ਬੋਲਿਆ, 10 ਸਰੀਰ ਨਾਲ ਹੋਰ ਉਹ ਜਪਣਾ ਸ਼ੁਰੂ ਉਹਨਾਂ ਨੇ ਕਰ ਦਿੱਤਾ, ਉਹ 10 ਗੁਣਾ ਵਧਿਆ ਹੈ, ਉਹ ਸਾਡੇ ਜਪਣ ਨਾਲ ਘਟਿਆ ਨਹੀਂ ਹੈ। ਤੇ ਦੁਨਿਆਵੀ ਤੌਰ ਤੇ ਚਲੋ ਕਈ ਵਾਰੀ ਮੰਨ ਲਓ ਆਪਾਂ ਰਸੋਈ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਲੰਗਰ ਬਣਾ ਦਈਏ, ਹੈ ਥੋੜੀ ਜਿਹੀ ਮੁਸ਼ਕਿਲ ਗੱਲ ਹੈ ਕਿ ਗੁਰੂ ਘਰ ਵਾਂਗੂ ਜਿਹੜਾ ਆਵੇ ਉਹਨੂੰ ਛਕਾਈਏ ਬੜੀ ਸ਼ਰਧਾ ਭਾਵਨਾ ਨਾਲ, ਉਹ ਬਰਤਨ ਵੀ ਕਦੇ ਖਾਲੀ ਨਹੀਂ ਰਹਿੰਦੇ। ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਮਹਾਰਾਜ ਦਾ ਮੁੱਢਲਾ ਉਪਦੇਸ਼ ਵੀ ਇਹੀ ਹੈ ਨਾ, ਕਿਰਤ ਕਰੋ ਨਾਮ ਜਪੋ। ਵੇਖੋ ਜਦੋਂ ਵੀ ਤੁਸੀਂ ਪੜ੍ਹੋਗੇ ਕਿਰਤ ਪਹਿਲਾਂ ਆਏਗੀ, ਜਪੋ ਫਿਰ ਆਏਗਾ, ਫਿਰ ਵੰਡ ਛਕੋ,
ਭਾਈ ਕਿਰਤ ਕਰਦੇ ਆ ਜਪੀ, ਜਿਹੜੀ ਕਿਰਤ ਕਰਦਾ ਉਹਦੇ ਚ ਤੈਨੂੰ ਸੰਤੋਖ ਮਿਲੇਗਾ, ਜਪਿਆ ਸੰਤੋਖ ਮਿਲਣਾ ਹੈ। ਤੇ ਫਿਰ 20 ਰੁਪਈਆਂ ਦਾ ਹਿੱਸੇਦਾਰ ਵੀ ਤੂੰ ਬਣੇਗਾ। ਵੰਡ ਛਕੂ ਤੇ ਆਏਗਾ ਹੀ, ਕਿਉਂਕਿ ਜਪ ਰਿਹਾ ਹੈ ਨਾ। ਤੇ ਮਾਫ ਕਰਨਾ, ਬਹੁਤਿਆਂ ਨੇ ਧਨ ਕਮਾਇਆ ਹੈ, ਨਾਮ ਜਪੋ ਤੇ ਵੰਡ ਛਕੂ ਵਾਲਾ ਇਹ ਸਿਧਾਂਤ ਨਹੀਂ ਕਮਾਇਆ। ਤੇ ਵੰਡ ਛਕੂ ਵਾਲਾ ਸਿਧਾਂਤ ਉਦੋਂ ਜੀਵਨ ਚ ਆਏਗਾ ਜਿੱਦਣ ਨਾਮ ਜਪੋ ਆਏਗਾ। ਧਨ ਤੇ ਬਹੁਤਿਆਂ ਨੇ ਇਕੱਠਾ ਕੀਤਾ, ਬਹੁਤੇ ਸਰੀਰ ਕਹਿੰਦੇ ਸਾਡੇ ਕੋਲ ਗੁਰੂ ਘਰ ਆਉਣ ਦਾ ਸਮਾਂ ਨਹੀਂ, ਬਾਣੀ ਪੜ੍ਹਨ ਦਾ ਸਮਾਂ ਨਹੀਂ, ਸੰਗਤ ਚ ਕੀਰਤਨ ਦਰਬਾਰ ਚ ਬੈਠਣ ਦਾ ਸਮਾਂ ਨਹੀਂ, ਹਰਿਮੰਦਰ ਸਾਹਿਬ ਕਹਿੰਦੇ ਦਰਸ਼ਨ ਕਰਨ ਦਾ ਸਾਡੇ ਕੋਲ ਸਮਾਂ ਨਹੀਂ। ਉਹ ਧਨ ਤੇ ਕਮਾਉਂਦੇ ਹੈ, ਪਰ ਨਾਮ ਜਪੋ ਤੇ ਵੰਡ ਛਕੋ ਵਾਲੀ ਬਖਸ਼ਿਸ਼ ਉਹਨਾਂ ਤੇ ਨਹੀਂ ਵਰਤਦੀ ਹੈ। ਔਰ ਜਿਹੜਾ ਬਹੁਤਾ ਧਨ ਪਿੱਛੇ ਲੱਗੇ ਵੰਡ ਛਕੋ ਨਹੀਂ, ਉਹ ਤੇ ਹੋਰ ਜੋੜਨ ਦੀ ਗੱਲ ਕਰੇਗਾ। ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜਿਹੜਾ ਅਸੀਂ ਜਪਦੇ ਹੈ ਉਹਦੇ ਚ ਵਾਧਾ ਹੁੰਦਾ ਹੈ, ਉਹਦੇ ਚ ਘਾਟੇ ਵਾਲੀ ਖੇਤ ਸਰੀਰ ਹੈ ਕਿ ਆ ਜਿਹੜੇ ਸ਼ਬਦ ਚੱਲ ਰਹੇ ਨੇ ਦਾਸ ਨੇ ਤਾਂ ਇੱਥੋਂ ਵਿਚਾਰ ਸ਼ੁਰੂ ਕੀਤੀ ਹੈ, ਸਾਰੀ ਇਸੇ ਵਿਸ਼ੇ ਤੇ ਹੀ ਵਿਚਾਰ ਹੈ। ਮਹਾਰਾਜ ਨੇ ਹਰੇਕ ਸ਼ਬਦ ਚ ਬੱਬੀਹੇ ਦੀ ਪੱਪੀਹੇ ਦੀ ਗੱਲ ਕੀਤੀ ਹੈ। ਪੱਪੀਹੇ ਨੂੰ ਮਹਾਰਾਜ ਕੁਛ ਨਹੀਂ ਕਹਿਣਾ ਚਾਹੁੰਦੇ, ਉਹਨੇ ਸਮਝਣਾ ਕੋਈ ਨਹੀਂ, ਉਹਨੇ ਜੋ ਕਰਨਾ ਉਸ ਤਰ੍ਹਾਂ ਹੀ ਕਰਨਾ। ਮਹਾਰਾਜ ਮਨੁੱਖ ਨੂੰ ਕਹਿੰਦੇ ਤੂੰ ਕਿਵੇਂ ਤ੍ਰਿਪਤ ਹੋ ਸਕਦਾ, ਤੇਰੇ ਅੰਦਰੋਂ ਪੁਕਾਰ ਕਿਵੇਂ ਨਿਕਲੇ, ਤੂੰ ਆਪ ਕਿਵੇਂ ਤ੍ਰਿਪਤ ਹੋਏਗਾ, ਦੂਸਰਿਆਂ ਨੂੰ ਤੂੰ ਕਿਵੇਂ ਤ੍ਰਿਪਤ ਕਰ ਸਕਦਾ। ਬੱਦਲ ਪਹਿਲਾਂ ਆਪ ਪਾਣੀ ਨਾਲ ਭਰਦਾ ਹੈ, ਦੂਸਰੀ ਧਰਤੀ ਨੂੰ ਜਾਂ ਦੂਸਰੇ ਜੀਵਾਂ ਨੂੰ ਤ੍ਰਿਪਤ ਫਿਰ ਕਰਦਾ ਹੈ। ਪਹਿਲਾਂ ਤੂੰ ਆਪ ਜਪ, ਦੂਸਰਾ ਤੇਰੇ ਤੋਂ ਤਾਂ ਤ੍ਰਿਪਤ ਹੋਏਗਾ। ਖਾਲੀ ਬਰਤਨ ਚੋਂ ਅਸੀਂ ਕਿਸੇ ਦੀਆਂ ਝੋਲੀਆਂ ਕੀ ਭਰ ਸਕਦੇ ਹਾਂ, ਪਹਿਲਾਂ ਆਪਣਾ ਬਰਤਨ ਭਰਨਾ ਪਏਗਾ ਨਾ, ਫਿਰ ਵਰਤਾਵਾਂਗੇ ਤੇ ਫਿਰ ਉਹਦੇ ਚ ਘਾਟਾ ਵੀ ਨਹੀਂ ਪੈਣਾ। ਤੁਸੀਂ ਕਿਤੇ ਇਹ ਨਹੀਂ ਹੈਗਾ ਵੀ ਇੱਕ ਸਿਰਫ ਬੋਲਣ ਦਾ ਵਿਸ਼ਾ, ਵੀ ਇਹ ਕਥਾ ਇੱਕ ਬੋਲਣ ਦਾ ਹੀ ਵਿਸ਼ਾ, ਤੁਸੀਂ ਨਾ ਪਰਸ ਚੋਂ ਕਿਸੇ ਦੀ ਮਦਦ ਕਰਨੀ ਸ਼ੁਰੂ ਕਰ ਦਿਓ, ਤੁਹਾਡਾ ਪਰਸ ਕਦੇ ਬਾਬਾ ਨਾਨਕ ਖਾਲੀ ਨਹੀਂ ਜੇ ਰਹਿੰਦਾ ਹੈਗਾ। ਹਾਂ ਹੈ ਕੰਮ ਔਖਾ ਹੈ, ਕਿਸੇ ਦੀ ਮਦਦ ਕਰਨੀ ਬੜੀ, ਮੰਨ ਲਓ ਮੇਰੀ ਜੇਬ ਵਿੱਚ 500 ਰੁਪਈਆ ਹੈ, 500 ਰੁਪਈਏ ਜੋ 400 ਰੁਪਈਆ ਕਿਸੇ ਨੂੰ ਦੇਣਾ ਬੜਾ ਔਖਾ ਹੈ। ਪਤਾ ਵੀ ਮੈਨੂੰ ਵੀ ਇਹਨੂੰ ਜ਼ਰੂਰਤ ਹੈ, ਇਹਦਾ ਨਹੀਂ ਸਰਦਾ, ਇਹਨੂੰ ਮੈਂ ਦੇ ਸਕਦਾ, ਦੇ ਵੀ ਸਕਦਾ 100 ਰੁਪਈਆ, ਫਿਰ ਵੀ 400 ਦੇਣਾ ਔਖਾ ਹੈ। ਪਰ ਸ਼ਾਮ ਤੱਕ ਬਾਬਾ ਨਾਨਕ 1000 ਰੁਪਈਆ ਤੁਹਾਡੀ ਜੇਬ 'ਚ ਭਰੇਗਾ, ਨਾ ਭਰੇਗਾ ਕਦੇ ਤੁਸੀਂ ਕਰਕੇ ਵੇਖ ਲਿਓ, ਇਹ ਪ੍ਰੈਕਟੀਕਲ ਕਰਕੇ ਵੇਖਿਓ। ਪੈਸਾ ਹੱਥ 'ਚੋਂ ਛੱਡਣਾ ਔਖਾ ਹੈ, ਜਿੰਨਾ ਜ਼ਿਆਦਾ ਛੱਡਾਂਗੇ ਉਨਾ ਜ਼ਿਆਦਾ ਸਾਡੇ ਕੋਲ ਆਏਗਾ, ਜਿੰਨਾ ਜ਼ਿਆਦਾ ਇਹਨੂੰ ਸਾਂਭਣ ਦਾ ਯਤਨ ਕਰਾਂਗੇ ਉਨਾ ਜ਼ਿਆਦਾ ਸਾਡੇ ਹੱਥਾਂ 'ਚੋਂ ਨਿਕਲਦਾ ਹੈ। ਮਹਾਰਾਜ ਨੇ ਕਿਹਾ ਇਹ ਮਾਇਆ ਪਰਛਾਵੇਂ ਦੀ ਤਰ੍ਹਾਂ ਹੈ, ਗੁਰੂ ਵੱਲ ਸੂਰਜ ਵੱਲ ਮੁਖ ਕਰੋਗੇ ਪਿੱਛੇ ਪਿੱਛੇ ਦੌੜੇਗਾ ਪਰਛਾਵਾਂ, ਜਿੱਦਣ ਇਹਦੇ ਪਿੱਛੇ ਭੱਜੋਗੇ ਹੱਥ ਕੋਲ ਨਹੀਂ ਤੁਹਾਡੇ ਇਹਨੇ ਆਉਣਾ। ਅੱਜ ਦੇ ਸ਼ਬਦ 'ਚ ਮਹਾਰਾਜ ਇਹੀ ਬਖਸ਼ਿਸ਼ ਵਰਤਾ ਰਹੇ ਹੈ। ਖੇਤ ਸਰੀਰ ਨੂੰ ਅਸੀਂ ਵਾਹੁਣਾ, ਬੀਜ ਪਾਉਣਾ, ਇਹਦੀ ਸੰਭਾਲ ਕਰਨੀ ਹੈ, ਫਿਰ ਨਾਮ ਧਨ ਦੇ ਬੋਲ ਅਸੀਂ ਚੱਕਣੇ ਹੈ। ਬਜ਼ੁਰਗ ਕਹਿੰਦੇ ਸਨ ਬੀਜ ਬੀਜਣਾ, ਧਰਤੀ ਨੂੰ ਗੋਡ ਕੇ ਸੰਭਾਲ ਕਰਨੇ, ਉਹ ਮਨੁੱਖ ਦੇ ਹੱਥ, ਫਲ ਪਾਉਣਾ ਪਰਮਾਤਮਾ ਦੇ ਹੱਥ ਹੈ। ਕਰਮ ਚੰਗੇ ਕਰਦੇ ਚੱਲੋ, ਉਹ ਫਲ ਵਾਹਿਗੁਰੂ ਦਿੰਦਾ ਜ਼ਰੂਰ ਹੈ, ਮਿਲਦਾ ਵੀ ਹੈ। ਆਓ ਜੀ ਇਸੇ ਸ਼ਬਦ 'ਚ ਇਹੋ ਜਿਹੀ ਵਿਚਾਰ ਹੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ, ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੁਰਹੁ ਖਸਮ ਭੇਜਿਆ, ਸਚਾ ਹੁਕਮ ਪਠਾਈ। ਗੁਰਮੁਖ ਵਿਚਾਰਨਾ ਕੱਲ ਵੀ ਇਹ ਚੱਲੀ ਵੀ ਬਬੀਹਾ ਤੂੰ ਸਹਿਜ ਬੋਲ, ਸੱਚੇ ਸ਼ਬਦ ਸੁਭਾਏ ਬਬੀਹਾ। ਰੱਬ ਦੀ ਯਾਦ 'ਚ ਨਾ ਆਤਮਿਕ ਅਡੋਲਤਾ 'ਚ ਟਿਕ ਕੇ ਬੋਲਣਾ ਕੀ ਹੈ। ਕੱਲ ਵੀ ਦਾਸ ਨੇ ਬੇਨਤੀ ਕੀਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਫਿਰ ਕੀ ਹੋਏਗਾ। ਧੁਰੋਂ ਖਸਮ ਭੇਜਿਆ, ਕਿਹਨੂੰ ਭੇਜਿਆ? ਇੰਦਰ ਨੂੰ। ਦਾਸ ਨੇ ਪਰਸੋਂ ਚੌਥ ਇਹ ਭਗਤੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸਨ। ਮਹਾਰਾਜ ਕਹਿੰਦੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਬਬੀਹਾ ਬੋਲਿਆ, ਉਹਦੀ ਪੁਕਾਰ ਰੱਬ ਨੇ ਸੁਣ ਲਈ। ਗੁਰਮੁਖੋ ਇੱਕ ਗੱਲ ਯਾਦ ਰੱਖਿਓ,
ਆ ਜਿਹੜਾ ਮੀਂਹ ਪੈਣਾ ਨਾ, ਬਾਰਿਸ਼ ਪੈਣੀ ਹੈ, ਇੰਦਰ ਵਰਸਣਾ, ਬੱਦਲ ਵਰਸਣਾ, ਇਹ ਰੱਬ ਦੇ ਹੱਥ ਹੈ। ਮਹਾਰਾਜ ਦੇ ਬਚਨ ਨੇ ਮੀਂਹ ਹੀ ਪਾਇਆ, ਮੀਂਹ ਪਾਇਆ, ਪਰਮੇਸ਼ਰ ਪਾਉਂਦਾ ਹੈ। ਇਹ ਸਾਰਾ ਸਿਸਟਮ ਉਹਦੇ ਹੱਥ 'ਚ ਹੈ। ਤੇ ਕਈ ਵਾਰੀ ਸਾਡੇ ਇਹੋ ਜਿਹਾ ਕੁਝ ਹੋ ਜਾਂਦਾ ਹੈ ਵੀ ਕਿਤੇ ਬਾਰਿਸ਼ ਨਹੀਂ ਪੈਂਦੀ ਤੇ ਫਿਰ ਚੌਲਾਂ ਦੀਆਂ ਦੇਗਾਂ ਲਾ ਕੇ ਨਾ ਇੰਦਰ ਨੂੰ ਖੁਸ਼ ਕੀਤਾ ਜਾਂਦਾ ਹੈ। ਇੰਦਰ ਦੇ ਹੱਥ ਕੁਝ ਵੀ ਨਹੀਂ ਹੈ। ਮਹਾਰਾਜ ਨੇ ਸਿੱਧਾ ਕਹਿੰਦਾ ਮੀਂਹ ਪਾਇਆ, ਪਰਮੇਸ਼ਰ ਪਾਇਆ, ਜਾਂ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਉਹ ਬਬੀਹੇ ਦੀ ਪੁਕਾਰ ਦਰ ਤੇ ਸੁਣੀ ਗਈ। ਤੇ ਫਿਰ ਕੀ ਹੋਇਆ? ਮੇਘੇ ਨੂੰ, ਮੇਘੇ ਦਾ ਨਾਮ ਹੀ ਇੱਥੇ ਇੰਦਰ ਹੈ, ਕਹਿੰਦੇ ਮੇਘੇ ਨੂੰ ਫਰਮਾਨ ਹੋਇਆ। ਕਿਹਦਾ ਫਰਮਾਨ? ਰੱਬ ਦਾ। ਵਰਸੋ ਕਿਰਪਾ, ਕਹਿੰਦੇ ਜਾਓ ਇਹ ਕਿਰਪਾ ਧਾਰ ਕੇ ਵਰਸ। ਅਰਦਾਸ ਇੰਦਰ ਅੱਗੇ ਨਹੀਂ ਸੀ ਹੋਈ, ਅਰਦਾਸ ਰੱਬ ਅੱਗੇ ਹੋਈ ਹੈ। ਰੱਬ ਦਾ ਹੁਕਮ ਹੋਇਆ, ਇੰਦਰ ਫਿਰ ਵਰਸਿਆ। ਤੇ ਅਸੀਂ ਇੰਦਰ ਨੂੰ ਖੁਸ਼ ਕਰਨ ਤੇ ਲੱਗੇ ਜਿਹਦੇ ਹੱਥ ਹੀ ਕੁਝ ਨਹੀਂ ਹੈ। ਤੁਸੀਂ ਕਿਤੇ ਟ੍ਰੇਨ 'ਚ ਬੈਠੇ ਹੋ, ਟ੍ਰੇਨ 'ਚ ਤੁਹਾਨੂੰ ਜਲਦੀ ਹੋਵੇ ਤੇ ਡਰਾਈਵਰ ਨੂੰ ਕਹੋ ਭਾਈ ਸਾਹਿਬ ਜੀ ਜਲਦੀ ਕਰੋ, ਜਲਦੀ ਕਰੋ, 5 ਮਿੰਟ ਪਹਿਲਾਂ ਤੋਰ ਲਓ, ਨਹੀਂ ਤੋਰੇਗਾ ਜਿੰਨਾ ਮਰਜ਼ੀ। ਕਿਉਂਕਿ ਉਹ ਟ੍ਰੇਨ ਜਿਹੜੀ ਹੈ ਡਰਾਈਵਰ ਦੇ ਹੱਥ ਨਹੀਂ ਤੋਰਨੀ। ਉਹ ਇੱਕ ਬੰਦ ਕਮਰੇ 'ਚ ਕੋਈ ਬੈਠਾ ਹੈ, ਉਹਦਾ ਇਸ਼ਾਰਾ ਮਿਲੇਗਾ ਤੇ ਡਰਾਈਵਰ ਟ੍ਰੇਨ ਤੋਲੇਗਾ, ਨਹੀਂ ਤੇ ਨਹੀਂ ਤੋਰੇਗਾ। ਇਹ ਬਾਰਿਸ਼ ਇੰਦਰ ਦੇ ਹੱਥ ਨੇ। ਇੰਦਰ ਨੂੰ ਰੱਬ ਦਾ ਇਸ਼ਾਰਾ ਮਿਲੇਗਾ ਤੇ ਇੰਦਰ ਵਰਸੇਗਾ, ਨਹੀਂ ਤੇ ਇੰਦਰ ਦੇ ਹੱਥ ਕੁਝ ਨਹੀਂ ਹੈ। ਇਸ ਵਿਸ਼ੇ ਤੇ ਵੀ ਲੋਕਾਂ ਨੂੰ ਠੱਗਿਆ ਬਹੁਤ ਜਾਂਦਾ ਹੈ। ਇੱਕ ਵਾਰੀ ਅੱਗੇ ਵੀ ਦਾਸ ਨੇ ਬੇਨਤੀ ਕੀਤੀ, ਕਿਸੇ ਪਿੰਡ ਨਾਲ ਮੈਨੂੰ ਕਥਾ ਕਰਨ ਵਾਸਤੇ ਸੱਦ ਲਿਆ। ਉਹਨਾਂ ਨੇ ਖੰਡ ਪਾਠ ਸਾਹਿਬ, ਪਿੰਡ ਵਾਲਿਆਂ ਦਾ ਨਾਂ ਨਹੀਂ ਲਾਂਗਾ ਪਿੰਡ ਦਾ, ਖੰਡ ਪਾਠ ਸਾਹਿਬ ਰਖਾਇਆ। ਤੇ ਮੈਂ ਕਥਾ 'ਚ ਬੈਠਣ ਤੋਂ ਪਹਿਲਾਂ ਕਿਹਾ ਜੀ ਕਿਸ ਸੰਬੰਧ 'ਚ ਆਪ ਜੀਆਂ ਨੇ? ਕਹਿੰਦੇ ਜੀ ਸਾਡੇ ਨਾਲ ਦੀ ਭੈੜੇ ਪੈ ਗਏ ਨੇ ਗੜੇ, ਤੇ ਅੱਗੇ ਤੋਂ ਨੁਕਸਾਨ ਨਾ ਹੋਵੇ, ਅਸੀਂ ਇਸ ਵਾਸਤੇ ਖੰਡ ਪਾਠ ਸਾਹਿਬ ਰਖਾਇਆ। ਮੈਂ ਕਿਹਾ ਚੰਗੀ ਗੱਲ ਹੈ ਵੀ ਰੱਬ ਨੂੰ, ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹੋ। ਹਾਂ, ਉਹਨੂੰ ਯਾਦ ਕਰ ਰਹੇ ਹੋ ਜਿਹਦੇ ਹੱਥ 'ਚ ਸਭ ਕੁਝ ਹੈ। ਹਾਂ, ਕਹਿੰਦੇ ਬਾਬਾ ਜੀ ਦਾਸ ਨੇ ਕਥਾ ਵੀ ਇਸ ਵਿਸ਼ੇ ਤੇ ਕੀਤੀ ਵੀ ਰੱਬ ਦੇ ਹੱਥ ਕੁਝ ਹੀ ਹੈ। ਭਾਈ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਵੈਸੇ ਸਾਨੂੰ ਰਜ਼ਾ 'ਚ ਰਹਿਣਾ ਚਾਹੀਦਾ। ਜਿਹੜੀ ਦਾਸ ਨੇ ਬੇਨਤੀ ਕੀਤੀ, ਜੋ ਹੋਇਆ ਰੱਬ ਦੀ ਰਜ਼ਾ 'ਚ ਹੋਇਆ, ਇਹਨੂੰ ਤੇ ਕਿਹਾ ਹੈ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ। ਜਿਹੜੀ ਤੈਨੂੰ ਪਾਉਂਦੀ ਮੇਰੇ ਵਾਸਤੇ ਚੰਗੀ ਗੱਲ ਹੈ। ਤੂੰ ਨੁਕਸਾਨ ਕੀਤਾ, ਤੇਰਾ ਹੁਕਮ ਹੈ, ਮੈਨੂੰ ਜਰਨਾ ਚਾਹੀਦਾ। ਅੱਗੇ ਬਹੁਤ ਕੁਝ ਦੇਣਾ ਹੈ। ਜਦੋਂ ਦਿੰਦਾ ਸੀ, ਮੰਨ ਲਓ 10 ਸਾਲ ਨਹੀਂ ਸੀ ਗੜੇ ਪਏ, 10 ਸਾਲ ਪਿੰਡ ਵਾਲਿਆਂ ਨੇ ਖੰਡ ਪਾਠ ਰਖਾਇਆ ਵੀ ਹਰੇਕ ਸਾਲ ਸ਼ੁਕਰਾਨੇ ਦਾ ਮਹਾਰਾਜ ਫਸਲ ਜ਼ਿਆਦੀ ਨਿਕਲੀ, ਜ਼ਿਆਦੀ ਨੁਕਸਾਨ ਹੋਇਆ, ਤੇ ਫਿਰ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ। ਚਲੋ ਉਹ ਤੇ ਚੰਗੀ ਗੱਲ ਸੀ ਵੀ ਗੁਰੂ ਸਾਹਿਬ ਨੂੰ ਯਾਦ ਕੀਤਾ। ਮੇਘੇ ਨੂੰ ਨਹੀਂ ਯਾਦ ਕੀਤਾ ਜਾ ਰਿਹਾ, ਧੁਰ ਨੂੰ ਯਾਦ ਕੀਤਾ ਜਾ ਰਿਹਾ। ਤੇ ਜਦੋਂ ਕਥਾ ਕਰਕੇ ਉੱਠਿਆ ਨਾ, ਤੇ ਇੱਕ ਬਾਹਰ ਬਰਾਂਡਾ ਸੀ ਲੰਗਰ ਵਾਲਾ, ਉਹਦੇ ਵਿੱਚ ਇੱਕ ਬੰਦਾ ਉਹਨਾਂ ਨੇ ਮੰਜੇ ਤੇ ਬਿਠਾਇਆ ਹੋਇਆ, ਮੋਨਾ ਸੀ, ਦਾੜੀ ਸ਼ੇਵ। ਉਹ ਮੈਨੂੰ ਬੀੜੀਆਂ, ਉਹ ਅਸੀਂ ਲੰਗਰ ਛਕਣ ਲੱਗੇ ਵੀ ਉਹਦੇ ਕੋਲ ਇਕੱਠੇ ਹੁੰਦੇ ਜਾਣ ਕਮੇਟੀ ਵਾਲੇ। ਮੈਂ ਕਿਹਾ ਇਹ ਕੌਣ ਹੈ ਜਿਹਦੇ ਕੋਲ? ਕਹਿੰਦੇ ਜੀ ਪਤਾ ਨਹੀਂ ਹਰਿਆਣੇ 'ਚੋਂ ਕਿੱਥੋਂ, ਮੈਨੂੰ ਨਹੀਂ, ਇਹ ਕਹਿੰਦੇ ਉੱਥੋਂ ਸੱਦਿਆ ਗੜੇ ਬਣਾਉਣ ਵਾਸਤੇ। ਉਹ ਮੈਂ ਕਿਹਾ ਤੁਹਾਨੂੰ ਗੁਰੂ ਤੇ ਰੱਬ ਤੇ ਫਿਰ ਵਿਸ਼ਵਾਸ ਨਹੀਂ ਹੈ। ਇਹ ਬੀੜੀਆਂ ਪੀਣਾ ਹੁਣ ਰੱਬ ਨੂੰ ਗੜੇ ਬੰਨ੍ਹ ਕੇ ਦੇਏਗਾ ਵੀ ਇਹ ਹੁਕਮ ਲਾਏਗਾ ਰੱਬ ਨੂੰ ਵੀ ਤੂੰ ਨੇ। ਮੈਂ ਕਿਹਾ ਰੱਬ ਦੇ ਅੱਗੇ ਤੇ ਅਰਦਾਸ ਕਰ ਦਿੱਤੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡਾ ਗਲਤ ਹੈ, ਰੱਬ ਬੀੜੀਆਂ ਪੀਣੇ ਵਾਲੇ ਦੇ ਆਖੇ ਨਹੀਂ ਲੱਗਦਾ। ਉਹ ਮੈਂ ਇਹ ਵਿਸ਼ਾ ਨਹੀਂ ਕਰਦਾ ਵੀ ਉਹ ਨਾ ਪੀਣ, ਉਹ ਜਿਹੜੇ ਸਾਨੂੰ ਤੇ ਜਿਹੜੀ ਮਹਾਰਾਜ ਨੇ ਮਰਿਆਦਾ ਦਿੱਤੀ, ਅਸੀਂ ਉਸ ਮਰਿਆਦਾ 'ਚ ਰਹਿਣਾ। ਮੈਂ ਕਿਹਾ ਜੀ ਇਹ ਤੁਹਾਡੇ ਵਾਸਤੇ ਗਲਤ ਗੱਲ। ਰੱਬ ਕਿਸੇ ਬੰਦੇ ਦਾ ਹੁਕਮ ਨਹੀਂ ਜੇ ਮੰਨਦਾ। ਬੀਓ ਪੂਛ ਨਾ ਮਸਲਤ ਤਰੈ। ਰੱਬ ਕਿਸੇ ਨੂੰ ਪੁੱਛ ਕੇ ਕੁਝ ਨਹੀਂ ਕਰਦਾ, ਜੋ ਕਿਛ ਕਰੇ ਸੋ ਆਪੇ ਕਰੇ। ਮੈਂ ਕਿਹਾ ਵੀ ਹੁਣ ਤੇ ਤੁਹਾਡਾ ਇੱਕ ਵਾਰੀ ਨੁਕਸਾਨ ਹੋ ਗਿਆ, 10-20 ਸਾਲ ਲੰਘ ਜਾਣੇ, ਤੁਹਾਡਾ ਕੋਈ ਨੁਕਸਾਨ ਨਹੀਂ, ਤੇ ਮੈਂ ਤੁਹਾਨੂੰ ਕਹਿ ਕੇ ਜਾਣਾ ਹੈ ਜਦੋਂ ਬਾਰਿਸ਼ ਨਹੀਂ ਪੈਂਦੀ ਉਦੋਂ ਇਹਨੂੰ ਸੱਦਿਓ, ਬਾਰਿਸ਼ ਪਵਾ। ਪਤਾ ਵੀ ਬਾਰਿਸ਼ ਮੌਕੇ ਤੇ ਪਵਾਣੀ ਹੈ। ਗੜੇ ਤੇ ਕਿਤੇ 10-20 ਸਾਲ ਪੈਂਦੇ। ਤੁਹਾਨੂੰ ਇਸ ਨਾਂ ਤੇ ਗਰਾਹੀਆਂ ਕਰਕੇ ਪਿੰਡਾਂ 'ਚੋਂ, ਸਾਡੇ ਪਿੰਡਾਂ ਸਿੱਖਾਂ ਦੇ ਘਰਾਂ 'ਚੋਂ ਗਰਾਹੀਆਂ ਕਰਕੇ ਉਹ ਬੀੜੀਆਂ ਪੀਣੇ ਲਿਜਾਂਦੇ ਹੈ। ਅਸੀਂ ਗੜੇ ਬੰਨ੍ਹ ਦਿੱਤੇ ਜੀ, 6 ਮਹੀਨੇ ਬਾਅਦ ਸਾਨੂੰ ਦਸਵੰਧ ਦਿਆ ਕਰੋ ਜੀ। ਉਹ ਆ ਕੁਝ ਨਹੀਂ, ਗੁਰਮੁਖੋ ਕਿਸੇ ਬੰਦੇ ਦੇ ਹੱਥ ਕੁਝ ਨਹੀਂ ਹੈ। ਗੜਿਆਂ ਤੋਂ ਤੁਹਾਨੂੰ ਪਤਾ ਇੱਕ ਵਾਰੀ ਪੈ ਗਏ, 10 ਸਾਲ ਹੁਣ ਸਾਡੇ ਲੰਘ ਜਾਣੇ ਨੇ। 10 ਸਾਲ ਕਿਤੇ ਨੁਕਸਾਨ ਜ਼ਰੂਰੀ ਤਾਂ ਨਹੀਂ ਹਰੇਕ ਪਿੰਡ 'ਚ ਹੋਣਾ ਹੈ, 6 ਮਹੀਨੇ ਬਾਅਦ ਜਾਂ ਸਾਲ ਬਾਅਦ। ਰੱਬ ਦੇ ਹੱਥ ਹੈ ਸਭ ਕੁਝ। ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਪ੍ਰੈਕਟੀਕਲ ਅਸੀਂ ਅਰਦਾਸ 'ਚ ਕਿੰਨੀ ਕੁ ਤਾਕਤ ਹੈ ਕਿਸਾਨੀ ਮੋਰਚੇ 'ਚ ਵੇਖ ਲਈ ਹੈ। ਅਰਦਾਸਾਂ ਹੋਈਆਂ ਨਾ ਪਿੰਡਾਂ 'ਚ। ਹਰਿਮੰਦਰ ਸਾਹਿਬ ਅਰਦਾਸ ਹੋਈ ਕਿਸਾਨੀ ਦੀ ਜਿੱਤ ਦੀ।
ਤੇ ਲਓ ਜੀ, ਇਹ ਤੇ ਅਰਦਾਸਾਂ ਕਰਨ ਵਾਲਿਆਂ ਨੇ ਵੀ ਨਹੀਂ ਸੋਚਿਆ ਵੀ ਏਡੀ ਜਲਦੀ ਬਖਸ਼ਿਸ਼ ਵਰਤੇਗੀ। ਬਾਬੇ ਨਾਨਕ ਨੇ ਵਰਤਾਈ ਉਹ ਬਖਸ਼ਿਸ਼ ਆਪਣੇ ਗੁਰਪੁਰਬ ਵਾਲੇ ਦਿਨ, ਜਿੱਦਣ ਆਈ ਉਦੋਂ ਹੀ ਬਖਸ਼ਿਸ਼ ਵਰਤੀ। ਇਹ ਤੇ ਪ੍ਰੈਕਟੀਕਲ, ਕਿਉਂਕਿ ਅਰਦਾਸਾਂ ਉਹਦੇ ਅੱਗੇ ਹੋ ਰਹੀਆਂ ਸਨ ਜਿਹਦੇ ਹੱਥ ਸਭ ਕੁਝ ਹੈ। ਉਹ ਇੱਕ ਸਕਿੰਟ 'ਚ ਮਨ ਬਦਲ ਦਿੰਦਾ ਹੈ। ਜਿਹੜਾ ਕਹਿੰਦਾ ਸੀ ਇਹ ਕਦੇ ਨਹੀਂ ਹੋ ਸਕਦਾ, ਉਹ ਕਹਿੰਦਾ ਤੁਹਾਨੂੰ ਚਾਹੀਦਾ ਕੀ ਹੈ, ਇਹਦੇ ਬਾਬਾ ਨਾਨਕ ਹੀ ਐਸਾ ਕੁਝ ਕਰ ਸਕਦਾ ਹੈ। ਜਿਹੜਾ ਕਹਿੰਦਾ ਸੀ ਇਹ ਤੁਸੀਂ ਸੋਚੋ ਹੀ ਨਾ ਵੀ ਇਹ ਕਾਨੂੰਨ ਵਾਪਸ ਲੈ ਜਾਣਗੇ, ਉਹ ਫਿਰ ਇੱਕ ਦਿਨ 'ਚ ਹੀ ਆਣ ਕੇ ਕਹਿੰਦਾ, ਕਿਸੇ ਨੂੰ ਪੁੱਛਦਾ ਨਹੀਂ, ਕਹਿੰਦਾ ਤੁਹਾਨੂੰ ਚਾਹੀਦਾ ਕੀ, ਦੱਸੋ ਜੋ ਕੁਝ ਚਾਹੀਦਾ ਲਿਖਾ ਲਓ ਮੇਰੇ ਤੋਂ, ਜੋ ਕੁਝ ਲਿਖਾਉਣਾ ਹੈ। ਤੇ ਬਾਬਾ ਨਾਨਕ ਹੀ ਫਿਰ ਵਰਤਦਾ ਉੱਥੇ। ਅਰਦਾਸ ਉਹਦੇ ਅੱਗੇ ਹੋਈ ਸੀ ਨਾ। ਮਹਾਰਾਜ ਕਹਿੰਦੇ ਮੇਘੇ ਨੂੰ ਫਰਮਾਨੋ, ਅੱਜ ਦਾ ਸ਼ਬਦ ਹੈ ਧੁਰੋਂ ਖਸਮ ਭੇਜਿਆ। ਮੇਘੇ ਨੂੰ ਧੁਰ ਤੋਂ ਭੇਜਿਆ ਪ੍ਰਮਾਤਮਾ ਨੇ। ਅੱਗੇ ਵੀ ਬੇਨਤੀ ਦਾਸ ਕਰਦਾ, ਵਿਸ਼ਾ ਉਹੀ ਹੈ। ਗੁਰੂ ਨਾਨਕ ਸਾਹਿਬ ਇੱਕ ਨਗਰ 'ਚ ਗਏ। ਮਹਾਰਾਜ ਨੇ ਦਰਖਤ ਸੀ ਪਿੰਡ ਤੋਂ ਬਾਹਰ, ਮਹਾਰਾਜ ਦਰਖਤ ਥੱਲੇ ਬੈਠ ਗਏ। ਇੱਕ ਜ਼ਿਮੀਂਦਾਰ ਖੇਤ 'ਚ ਆਇਆ ਤੇ ਉਹ ਰੋਣ ਲੱਗ ਪਿਆ ਆ ਕੇ। ਮਹਾਰਾਜ ਕਹਿੰਦੇ ਭਾਈ ਪ੍ਰਧਾਨਾ, ਚੰਗਾ ਭਲਾ ਆਉਂਦਾ ਸੀ, ਰੋਣ ਕਿਉਂ ਲੱਗ ਪਿਆ? ਭਾਈ ਪ੍ਰਧਾਨਾ ਜੀ ਗਏ, ਕਹਿੰਦੇ ਭਾਈ ਸਾਹਿਬ ਕੀ ਗੱਲ ਹੈ, ਰੋਂਦੇ ਕਿਉਂ? ਉਹ ਰੋਂਦਾ ਹੋਇਆ ਕਹਿੰਦਾ ਜੀ 12 ਸਾਲ ਹੋ ਗਏ ਆਉਣ ਲੱਗੀ ਹੈ, ਬਾਰਿਸ਼ ਨਹੀਂ ਪਈ ਤੇ ਪਸ਼ੂ ਪੰਛੀ ਸਾਡੇ ਮਰ ਚੁੱਕੇ ਆ ਭੁੱਖ ਦੇ ਨਾਲ। ਗੁਰਮੁਖੋ ਜੋ ਕੁਝ ਹਰਿਆ ਹੈ ਨਾ, ਸਭ ਕੁਝ ਪਾਣੀ ਕਰਕੇ ਹੈ। ਪਾਣੀ ਪਿਤਾ ਜਗਤ ਕਾ, ਪਾਣੀ ਹੀ ਸਭ ਖਾਏ। ਮਰਜ ਕੇ ਪਾਣੀ ਤੋਂ ਬਗੈਰ ਕੁਝ ਵੀ ਨਹੀਂ। ਇਹ ਪਿਤਾ ਹੈ ਸਾਡਾ, ਪਿਤਾ ਤੋਂ ਹੀ ਬੱਚੇ ਪੈਦਾ ਹੁੰਦੇ ਆ। ਪਾਣੀ ਤੋਂ ਹੀ ਹੈ ਸਭ ਕੁਝ। ਜੇ ਅਸੀਂ ਜਿਉਂਦੇ ਹਾਂ ਪਾਣੀ ਕਰਕੇ, ਸਾਡੀ ਬੋਡੀ 'ਚ ਸਭ ਤੋਂ ਵੱਧ ਪਾਣੀ ਹੈ। ਧਰਤੀ ਜਿਹੜੀ ਪਾਣੀ 'ਚ ਟਿਕੀ ਹੋਈ ਹੈ। ਪਾਣੀ ਕਰਕੇ ਹੀ ਸਭ ਕੁਝ, ਜਿਉਂਦੀ ਚੀਜ਼ ਤੇ ਪਾਣੀ ਕਰਕੇ ਹੀ ਜਿਉਂਦੀ ਹੈ। ਉਹ ਕਹਿੰਦਾ ਜੀ ਪਸ਼ੂ ਪੰਛੀ ਮਰ ਚੁੱਕੇ, ਹੁਣ ਬੱਚਿਆਂ ਦਾ ਫਿਕਰ, ਇਹਨਾਂ ਨੂੰ ਖਵਾਵਾਂਗੇ ਕੀ, ਭੜੋਲੇ ਖਾਲੀ ਹੋ ਗਏ, ਬੜਾ ਚਿਰ ਹੋ ਗਿਆ ਵੀ ਬਾਰਿਸ਼ ਨਹੀਂ। ਭਾਈ ਪ੍ਰਧਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਦੱਸਦੇ, ਸਤਿਗੁਰੂ ਇਹ ਵਿਚਾਰਾ ਤਾਂ ਰੋ ਰਿਹਾ, ਆਉਣ ਲੱਗੀ 12 ਸਾਲ ਹੋ ਗਏ, ਇਹਨਾਂ ਦੀ ਕੋਈ ਫਸਲ ਨਹੀਂ ਹੋਈ ਹੈ। ਕਹਿੰਦਾ ਬੱਚੇ ਭੁੱਖੇ ਨੇ, ਪਸ਼ੂ ਪੰਛੀ ਮਰ ਚੁੱਕੇ ਹੈ, ਖਾਣ ਲਈ ਕੁਝ ਵੀ ਨਹੀਂ ਕਰ ਰਹੇ। ਮਰਦ ਕਹਿੰਦੇ ਭਾਈ ਪ੍ਰਧਾਨਾ ਜੀ ਸੱਦ ਕੇ ਲਿਆਓ। ਉਹ ਲਿਆਂਦਾ। ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਰੱਬ ਨੂੰ ਯਾਦ ਕਰੋ, ਉਹਦੇ ਅੱਗੇ ਅਰਦਾਸ ਕਰੋ, ਕਿਰਪਾ ਕਰੇਗਾ। ਕਹਿੰਦਾ ਜੀ ਉਹ ਰੱਬ ਕਿੱਥੇ ਰਹਿੰਦਾ ਹੈ? ਉਹ ਜਿਹੜਾ ਜ਼ਿਮੀਂਦਾਰ ਉਹ ਕਹਿੰਦਾ ਰੱਬ ਕਿੱਥੇ? ਕਹਿੰਦਾ ਅਸੀਂ ਨਹੀਂ ਜਾਣਦੇ ਰੱਬ ਨੂੰ। ਭਾਈ ਪ੍ਰਧਾਨਾ ਜੀ ਕਹਿੰਦੇ ਮਹਾਰਾਜੇ ਤੇ ਨਾਸਤਿਕ ਬੰਦੇ ਲੱਗਦੇ, ਬੇਮੁਖ। ਜਿਨੇ ਜੀਓ ਪਾਏ ਪਿੰਡ, ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਦੇਣ ਵਾਲੇ ਦਾ ਹੀ ਸਾਣ ਬੰਦਾ ਭੁੱਲ ਜੇ ਤੇ ਫਿਰ ਭੁੱਖ ਮਰੀ ਜੇ ਤੇ ਮਰਨਾ ਹੀ ਹੈ। ਮਹਾਰਾਜ ਕਹਿੰਦੇ ਐ ਕਰੋ, ਸਾਰੇ ਇਕੱਠੇ ਹੋ ਗਏ ਨਾ, ਉਸ ਵਾਹਿਗੁਰੂ ਅੱਗੇ, ਰੱਬ ਅੱਗੇ ਅਰਦਾਸ ਕਰੋ, ਕਿਰਪਾ ਕਰੇਗਾ, ਬਾਰਿਸ਼ ਪਏਗੀ। ਉਹ ਆਦਮੀ ਕਹਿੰਦਾ ਜੀ ਅਸੀਂ ਰੱਬ ਕਿੱਥੇ, ਅਸੀਂ ਜਾਣਦੇ ਹੀ ਨਹੀਂ, ਔਰ ਜਿਹਨੂੰ ਅਸੀਂ ਵੇਖਿਆ ਨਹੀਂ ਉਹਦੇ ਅੱਗੇ ਅਰਦਾਸ ਕਿਵੇਂ ਕਰਾਂਗੇ, ਸਾਨੂੰ ਤੇ ਰੱਬ ਬਾਰੇ ਕੋਈ ਖਬਰ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਤੈਨੂੰ ਰੱਬ ਵਿਖਾਉਂਦੇ ਆ, ਘਰੇ ਕੋਈ ਦਾਣੇ ਪਏ ਕੋਈ? ਕਹਿੰਦਾ ਜੀ ਹੈਗੇ ਨੇ ਥੋੜੇ। ਮਹਾਰਾਜ ਕਹਿੰਦੇ ਲਿਆ ਕੇ ਛੱਟਾ ਦੇ ਜ਼ਮੀਨ ਦੇ ਵਿੱਚ, ਤੈਨੂੰ ਅਸੀਂ ਰੱਬ ਦੇ ਦਰਸ਼ਨ ਕਰਾਉਣੇ ਆ। ਉਹ ਕਹਿੰਦਾ ਮਹਾਰਾਜ 12 ਸਾਲ ਕਿਹਾ ਵੀ ਬਾਰਿਸ਼ ਪਈ ਨੂੰ ਹੋ ਗਏ ਤੇ ਇਸ ਤਰ੍ਹਾਂ ਥੋੜੀ ਦਾਣੇ ਉਂਗਰਨਗੇ, ਉਹ ਬਾਰਿਸ਼ ਪਏਗੀ ਫਿਰ। ਮਹਾਰਾਜ ਕਹਿੰਦੇ ਰੱਬ ਦੇ ਦਰਸ਼ਨ ਕਰਨੇ ਆ। ਜਿਹੜਾ ਕਹਿੰਦਾ ਜਿਹਨੂੰ ਅਸੀਂ ਜਾਣਦੇ ਨਹੀਂ, ਕਹਿੰਦਾ ਜੀ ਕਰਨੇ ਆ। ਮਹਾਰਾਜ ਕਹਿੰਦੇ ਫਿਰ ਜਾ, ਜਿੰਨੇ ਕੋ ਦਾਣੇ ਹੈਗੇ ਘਰੋਂ ਲੈ ਕੇ ਆ। ਆਪ ਹੀ ਨਹੀਂ, ਜਿਹੜੇ ਜਿਨ੍ਹਾਂ ਦੇ ਵੀ ਘਰੇ ਦਾਣੇ ਹੈਗੇ, ਜਿਨ੍ਹਾਂ ਦੀ ਜ਼ਮੀਨ, ਉਹਨਾਂ ਨੂੰ ਕਹੋ ਲਿਆ ਕੇ ਛੱਟਾ ਦਿਓ, ਵਾਹਿਗੁਰੂ ਕਿਰਪਾ ਕਰੇਗਾ, ਬੋਲ ਭਰ ਕੇ ਚੁੱਕੋਗੇ। ਉਹ ਗੁਰੂ ਸਾਹਿਬ ਨੇ ਬਚਨ ਇਹੋ ਜਿਹੇ ਕੀਤੇ, ਉਹਦਾ ਵਿਸ਼ਵਾਸ ਬਣ ਗਿਆ ਵੀ ਇਹ ਗੁਰੂ ਸਾਹਿਬ ਜੀ ਜੋ ਕਹਿ ਰਹੇ ਨੇ ਸੱਚ ਕਹਿ ਰਹੇ, ਗੱਲ ਤੇ ਵਿਸ਼ਵਾਸ ਦੀ ਹੈ, ਸਭ ਭਾਵਨਾ ਦੀ ਹੈ। ਉਹ ਘਰੇ ਗਵਾਂਢੀਆਂ ਨੂੰ ਆਵਾਜ਼ ਮਾਰਦਾ, ਕਹਿੰਦਾ ਲਿਆਓ ਵੀ ਦਾਣੇ ਆਪਾਂ ਜ਼ਮੀਨ ਚੋਂ। ਕਹਿੰਦੇ ਪਾਗਲ ਹੋ ਗਿਆ, ਇਸ ਤਰ੍ਹਾਂ ਕਿਵੇਂ ਦਾਣੇ? ਇਹ ਕਵੀ ਸੰਤੋਖ ਸਿੰਘ ਦਾ ਪ੍ਰਸੰਗ ਹੈ, ਆਪਣੇ ਕੋਲੋਂ ਮੈਂ ਕੁਝ ਨਹੀਂ ਕਹਿ ਰਿਹਾ। ਕਹਿੰਦਾ ਜੀ ਦੂਸਰੇ ਤੇ ਨਹੀਂ ਮੰਨੇ, ਕਹਿੰਦੇ ਜਿਹੜੇ ਕੋਈ 10 ਕਿਲੋ ਘਰੇ ਪਏ ਨੇ ਉਹ ਵੀ ਛੱਟਾ ਦੇ ਦਈਏ, ਉਹ ਤਪਸ਼ ਨੇ ਸਾੜ ਦੇਣੇ ਹੈ। ਧਰਤੀ ਤੇ ਤਪੀ ਹੋਈ ਹੈ, 12 ਸਾਲ ਤੇ ਹੋ ਗਏ, ਆਉਣ ਲੱਗੀ, ਬਾਰਿਸ਼ ਨਹੀਂ ਪਈ ਹੈ। ਪਰ ਉਹ ਲੈ ਕੇ ਗਿਆ ਜੀ ਆਪਣੇ ਘਰੋਂ ਦਾਣੇ, ਉਹ ਲੈ ਕੇ ਗਿਆ। ਮਹਾਰਾਜ ਕਹਿੰਦੇ ਗੋਡੀ ਕਰ, ਜੇ ਬਲਦ ਨੇ ਇਹਨਾਂ ਨੂੰ ਵਾਹ ਕੇ ਛੱਟਾ ਦੇ ਕੇ ਇਹਨਾਂ ਨੂੰ ਵਾਹ ਦਾਣੇ ਕੱਜਦੇ। ਉਹਨੇ ਦਾਣੇ ਕੱਜੇ ਜੀ। ਗੁਰੂ ਸਾਹਿਬ ਜੀ ਪਿੰਡ 'ਚ ਚਲੇ ਗਏ ਨੇ, ਸੇਵਾ ਕੀਤੀ, 4-5 ਦਿਨ ਮਹਾਰਾਜ ਰਹੇ ਉੱਥੇ।
ਜਦੋਂ ਰਹੇ ਤੇ ਗੁਰੂ ਨਾਨਕ ਸਾਹਿਬ ਜੀ ਇੱਕ ਦਿਨ ਕਹਿੰਦੇ ਭਾਈ ਵੇਖ ਕੇ ਆ ਜੇ ਫਸਲ ਪੁੰਗਰਨ ਲੱਗੀ ਹੈ ਕਿ ਨਹੀਂ, ਸੂਏ ਥੱਲਿਓਂ ਉਹ ਨਿਕਲਣ ਲੱਗੇ ਹੈ ਕਿ ਨਹੀਂ, ਅੰਕੁਰ ਫੁੱਟੇ ਹੈ ਕਿ ਨਹੀਂ। ਵਿਸ਼ਵਾਸ ਸੀ ਉਹ ਦੌੜਿਆ ਗਿਆ ਜੀ। ਜਦੋਂ ਦੌੜਿਆ ਗਿਆ ਨਾ ਤੇ ਉਹ ਆਂਢ ਗੁਆਂਢ ਜਿਹੜੇ ਉਹ ਸਾਰੇ ਕਹਿੰਦੇ ਵੀ ਇਹ ਤੇ ਲੱਗਦਾ ਪਾਗਲ ਹੋ ਗਿਆ ਹੈ, ਵੀ ਸ਼ਾਇਦ ਉਹ ਸਮਝਦੇ ਗੁਰੂ ਨਾਨਕ ਸਾਹਿਬ ਉਹ ਪਖੰਡੀ ਲੋਕਾਂ ਨੂੰ ਲੁੱਟਣ ਆਉਂਦੇ ਨਾ, ਉਹ ਬਹੁਤਿਆਂ ਦਾ ਵਿਸ਼ਵਾਸ ਗੁਰੂ ਨਾਨਕ ਸਾਹਿਬ ਤੇ ਪਖੰਡੀਆਂ ਨਾਲ ਜੁੜ ਕੇ ਨਹੀਂ ਵੱਜਦਾ, ਉਹ ਬਾਬਿਆਂ ਨਾਲ ਦੂਸਰਿਆਂ ਨਾਲ ਬਾਹਰਲਿਆਂ ਨਾਲ ਜ਼ਿਆਦਾ ਜੁੜਦੇ ਹੈ। ਗੁਰੂ ਨਾਨਕ ਸਾਹਿਬ ਤੇ ਕਈਆਂ ਨੂੰ ਵਿਸ਼ਵਾਸ ਕਰਦਾ ਹੈ। ਉਹ ਗਿਆ ਜੀ, ਕਹਿਣ ਲੱਗਾ ਵੀ ਹਜੇ ਅੰਕੁਰ ਬਾਹਰ ਨਹੀਂ ਨਿਕਲੇ। ਵਾਪਸ ਉਹਨੇ ਆਣ ਕੇ ਦੱਸਿਆ, ਦੂਸਰੇ ਹੱਸ ਪਏ ਜਿਹੜੇ ਸਾਰੇ ਆਂਢ ਗੁਆਂਢ ਵਾਲੇ, ਕਹਿੰਦੇ ਉਹ ਅੰਕੁਰ ਕਾਦੇ ਜਿਹੜੇ ਹੈਗੇ ਸੀ ਉਹ ਵੀ ਦਾਣੇ ਗਏ। ਫਿਰ ਮਹਾਰਾਜ ਕਹਿੰਦੇ ਅਸੀਂ ਤੇ ਅੱਗੇ ਜਾਣਾ ਹੈ, ਚਲੋ ਤੁਹਾਨੂੰ ਵਿਖਾਉਣੇ ਆ ਫਸਲ ਉਗਦੀ ਕਿ ਨਹੀਂ। ਮਹਾਰਾਜ ਗਏ। ਇਤਿਹਾਸ ਕਹਿੰਦੇ ਭਾਈ ਮਰਦਾਨੇ ਦੇ ਹੱਥ 'ਚ ਕਹੀ ਦਿੱਤੀ ਗੁਰੂ ਨਾਨਕ ਸਾਹਿਬ ਨੇ, ਕਹਿਣ ਲੱਗੇ ਮਰਦਾਨਿਆਂ 2 ਟੱਪੇ ਮਾਰ ਕੇ ਵੇਖੋ ਥੱਲੇ ਅੰਕੁਰ ਬਾਹਰ ਨਿਕਲ ਗਏ ਕਿ ਨਹੀਂ। ਜਦੋਂ 2 ਟੱਪੇ ਮਾਰੇ ਤੇ ਸਾਡਾ ਇਤਿਹਾਸ ਕਹਿੰਦਾ ਵੀ ਥੱਲੇ ਅੱਗ ਦੇ ਕੋਲਿਆਂ ਵਰਗੀ ਗਰਮ ਧਰਤੀ ਸੀ ਤੇ ਉੱਪਰ ਅੰਕੁਰ ਨਿਕਲ ਰਹੇ ਨੇ, ਉੱਪਰ ਅੰਕੁਰ ਫੁੱਟ ਰਹੇ ਨੇ। ਉਹ ਸਾਰੇ ਹੈਰਾਨ ਹੋ ਗਏ ਵੀ ਇੰਨੀ ਔੜ ਲੱਗੀ ਧਰਤੀ 'ਚ ਅੰਕੁਰ ਕਿਵੇਂ ਫੁੱਟ ਸਕਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਕੁਝ ਰੱਬ ਦੇ ਹੱਥ ਹੈ। ਤੁਸੀਂ ਭੁੰਨੇ ਦਾਣੇ ਵੀ ਲਿਆ ਕੇ ਛਟਾ ਦੇ ਦਿੰਦੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੱਬ ਨੇ ਫਿਰ ਵੀ ਅੰਕੁਰ ਫੁਟਾ ਦੇਣੇ ਸੀ। ਉਹ ਫਿਰ ਅੰਕੁਰ ਫੁੱਟੇ ਜੀ। ਉਸ ਕਿਸਾਨ ਦੀ ਫਸਲ ਹੋਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਰੱਬ ਕੁਝ ਵੀ ਕਰ ਸਕਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਜੀ ਦਰਖਤ ਨਾਲੋਂ ਮਠਿਆਈ ਝਾੜੋ ਵੀ ਸੰਗਤਾਂ ਨੇ ਛਕਣੀ ਹੈ। ਸਾਰਿਆਂ ਨੇ ਕਿਹਾ ਭਾਈ ਮਰਦਾਨਾ ਜੀ ਦਾ ਭਾਈ ਲਹਿਣਾ ਜੀ ਕੋਲ ਭਾਈ ਲਹਿਣਾ ਜੀ ਚੜ੍ਹਨ ਲੱਗੇ। ਕਹਿੰਦੇ ਤੁਹਾਨੂੰ ਤੇ ਪਤਾ ਹੋਣਾ ਚਾਹੀਦਾ ਦਰਖਤਾਂ ਨੂੰ ਮਠਿਆਈ ਲੱਗਦੀ ਹੈ। ਤੇ ਉਹ ਉੱਥੇ ਭਾਈ ਲਹਿਣੇ ਨੇ ਬੋਲ ਕਹੇ ਸਨ ਵੀ ਮੇਰੇ ਬਾਬੇ ਨਾਨਕ ਨੇ ਕਹਿ ਦਿੱਤਾ ਨਾ ਦਰਖਤਾਂ ਨੂੰ ਮਠਿਆਈ ਲੱਗਦੀ ਹੈ ਤੇ ਦਰਖਤਾਂ ਨੂੰ ਲੱਗਦੀ ਹੈ ਮਠਿਆਈ। ਗੱਲ ਤੇ ਵਿਸ਼ਵਾਸ ਦੀ ਹੈ। ਚਲੋ ਇਹਦਾ ਜਿਹੜਾ ਅਸਲੀ ਭਾਵ ਹੈ ਵੀ ਮੰਨ ਲਓ ਵੀ ਕਿਸੇ ਨੂੰ ਪ੍ਰਸ਼ਾਦਾ ਨਾ ਮਿਲੇ ਤੇ ਦਰਖਤਾਂ ਦੇ ਨਾਲ ਝਾੜ ਕੇ ਖਾਧੇ ਹੋਏ ਬੇਰ ਵੀ 36 ਪ੍ਰਕਾਰ ਦੇ ਭੋਜਨ ਨਾਲੋਂ ਮਿੱਠੇ ਲੱਗਦੇ ਆ। ਉਹ ਮਠਿਆਈ ਨਾਲ ਵੀ ਤੁਹਾਨੂੰ ਕੁਝ ਖਾਣ ਲਈ ਨਾ ਮਿਲੇ ਤੇ ਤੁਸੀਂ ਬਾਹਰੋਂ ਕੁਝ ਘਾਹ ਦੀਆਂ ਤਿੜਾਂ ਹੀ ਪੁੱਟ ਕੇ ਉਹਨਾਂ 'ਚ ਵੀ ਸਵਾਦ ਹੁੰਦਾ। ਕਿਤੇ ਵੇਖਿਓ ਘਾਹ ਦੀਆਂ ਤਿੜਾਂ ਪੁੱਟ ਕੇ ਖਾ ਲਓ, ਤੁਹਾਨੂੰ ਉਹਨਾਂ 'ਚ ਵੀ ਆਨੰਦ ਆਏਗਾ ਕਿਉਂਕਿ ਭੁੱਖ ਹੈ ਅੰਦਰ। ਮਹਾਰਾਜ ਨੇ ਸ਼ਾਇਦ ਕਿਹਾ ਹੋਵੇ ਭਾਈ ਵੀ ਦਰਖਤਾਂ ਨੂੰ ਝਾੜੋ, ਜੋ ਕੁਝ ਲੱਗਾ ਡਿੱਗੇਗਾ, ਸੰਗਤ ਨੂੰ ਭੁੱਖ ਲੱਗੀ, ਇਹੀ ਅੱਜ ਮਠਿਆਈ ਹੈ। ਪਰ ਗੁਰੂ ਨਾਨਕ ਸਾਹਿਬ ਦੀ ਗੱਲ ਸਾਰਿਆਂ ਨੂੰ ਸਮਝ ਨਹੀਂ ਨਾ ਉਹਦੀ। ਮਹਾਰਾਜ ਕਹਿੰਦੇ ਕੀ ਹੈ, ਕਹਿੰਦੇ ਜੀ ਦਰਖਤ ਨੂੰ ਮਠਿਆਈ ਲੱਗਦੀ ਹੈ। ਦਰਖਤ ਝਾੜੇ ਭਾਈ ਲੈਣਾ ਜੀ ਕਹਿੰਦੇ ਮੇਰੇ ਵਾਸਤੇ ਤੇ ਲੱਗਦੀ ਹੈ, ਤੁਹਾਡੇ ਵਾਸਤੇ ਤੇ ਨਹੀਂ ਲੱਗਦੀ ਹੋਏਗੀ। ਰੱਬ ਚਾਹੇ ਦਰਖਤਾਂ ਨੂੰ ਮਠਿਆਈ ਲਾ ਦਿੰਦਾ ਹੈ। ਗੱਲ ਤੇ ਵਿਸ਼ਵਾਸ ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੱਬ ਚਾਹੇ ਨਾ 1 ਸਕਿੰਟ 'ਚ ਧਰਤੀ ਨੂੰ ਉੱਪਰ ਲਟਕਾ ਸਕਦਾ, ਅਸਮਾਨ ਵਾਲੀ ਜਗ੍ਹਾ ਤੇ ਅਸਮਾਨ ਨੂੰ ਥੱਲੇ ਲਿਆ ਸਕਦਾ। ਧਰਤੀ ਤੇ ਅਸਮਾਨ ਚੜਾਵੇ, ਚੜੇ ਅਸਮਾਨ। ਮਹਾਰਾਜ ਕਹਿੰਦੇ ਰੱਬ ਚਾਹੇ ਨਾ ਉਹ ਧਰਤੀ ਵਾਲੀ ਜਗ੍ਹਾ ਤੇ ਸਮੁੰਦਰ ਵਹਾ ਸਕਦਾ, ਸਮੁੰਦਰ ਦੇ ਵਿੱਚ ਉਹ ਧਰਤੀ ਨੂੰ ਖੜਿਆ ਕਰ ਸਕਦਾ। ਇਹ ਉਹਦੀ ਬਖਸ਼ਿਸ਼ ਵਰਤ ਸਕਦੀ ਹੈ ਕਿਉਂਕਿ ਤਾਕਤ ਹੈ ਨਾ ਉਹਦੇ ਕੋਲ, ਜੋ ਮਰਜ਼ੀ ਤਾਕਤਵਰ ਜੋ ਮਰਜ਼ੀ ਕਰ ਸਕਦਾ ਹੈ। ਇੱਥੇ ਮਹਾਰਾਜ ਇਹੀ ਵਚਨ ਕਰਦੇ ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ। ਇੰਦਰ ਨੂੰ ਹੁਕਮ ਲਾ ਕੇ ਉਸ ਖਸਮ ਨੇ ਧੁਰ ਤੋਂ ਭੇਜਿਆ, ਜਾ ਭਾਈ ਬਬੀਹਾ ਅਰਦਾਸ ਕਰਦੇ ਹੁਣ ਤੈਨੂੰ ਵਰਸਣਾ ਪੈਣਾ, ਜਾ ਕੇ ਵਰਸ। ਇੰਦ ਵਰਸੈ ਦਇਆ ਕਰ। ਕਹਿੰਦੇ ਰੱਬ ਦੀ ਦਇਆ ਚੋਂ ਫਿਰ ਇੰਦਰ ਵਰਸਿਆ ਜੀ। ਦਇਆ ਕਰ। ਦਇਆ ਇੰਦਰ ਨੇ ਨਹੀਂ ਕੀਤੀ ਹੈ, ਦਇਆ ਰੱਬ ਨੇ ਕੀਤੀ ਹੈ ਕਿਉਂਕਿ ਅਰਦਾਸ ਰੱਬ ਦੇ। ਗੁਰੂ ਅੰਗਦ ਸਾਹਿਬ ਜੀ ਦੇ ਕੋਲ ਖਹਿਰੇ ਜੱਟ ਆ ਗਏ ਜ਼ਿਮੀਂਦਾਰ, ਕਹਿੰਦੇ ਮਹਾਰਾਜ ਬਾਰਿਸ਼ ਨਹੀਂ ਹੁੰਦੀ ਹੈ, ਕਿਰਪਾ ਕਰੋ ਤੁਸੀਂ ਕੋਈ। ਤੇ ਮਹਾਰਾਜ ਕਹਿੰਦੇ ਐ ਕਰੋ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰੋ ਤੇ ਬਾਹਰ ਲਿਆਓ ਜ਼ਮੀਨ 'ਚ। ਉੱਥੇ ਅਰਦਾਸ ਬੇਨਤੀ ਕਰਦੇ ਪ੍ਰਮਾਤਮਾ ਦੇ ਵੀ ਉਹ ਕਿਰਪਾ ਕਰੇਗਾ। ਉਹ ਸਾਰੇ ਲੋਕ ਬਾਹਰ ਨਿਕਲੇ ਜੀ ਆਪਣੇ ਘਰਾਂ 'ਚੋਂ। ਔੜ ਬੜਾ ਚਿਰ ਤੋਂ ਲੱਗੀ ਸੀ, ਸਾਰੇ ਘਰਾਂ 'ਚੋਂ ਨਿਕਲੇ, ਬਜ਼ੁਰਗ, ਬੀਬੀਆਂ, ਬੱਚੇ। ਗੁਰੂ ਅੰਗਦ ਸਾਹਿਬ ਮਹਾਰਾਜ ਵੀ ਨਿਕਲੇ, ਨਾਲ ਸਿੱਖ ਬਾਬਾ ਬੁੱਢਾ ਜੀ ਹੋਰ ਵੀ। ਤੇ ਜਾਂਦੇ ਜਾਂਦੇ ਇੱਕ ਬੱਚਾ ਆਇਆ ਨਿੱਕਾ ਜਿਹਾ, ਉਹਨੇ ਨਾ ਇੱਕ ਬੋਰੀ ਆਪਣੇ ਉੱਪਰ ਲਈ ਹੋਈ ਹੈ, ਆਪਣੇ ਸਰੀਰ ਨੂੰ ਉੱਪਰੋਂ ਢੱਕਿਆ। ਮਹਾਰਾਜ ਦੇ ਅੱਗੋਂ ਦੀ ਲੰਘਿਆ, ਸਾਰੇ ਲੋਕ ਇਕੱਠੇ ਹੋ ਗਏ। ਮਹਾਰਾਜ ਨੇ ਪੁੱਛ ਲਿਆ ਬੇਟਾ ਸਿਰ ਕਿਉਂ ਢੱਕੀ ਬੈਠਾ ਹੈ? ਕਹਿੰਦਾ ਜੀ ਮੈਂ ਸੁਣਿਆ ਹੈ ਮੰਮੀ ਕਹਿੰਦੀ ਸੀ
ਮਾਤਾ ਕਹਿੰਦੀ ਸੀ ਵੀ ਤੁਸੀਂ ਅਰਦਾਸ ਕਰਨੀ ਹੈ ਵੀ ਬਾਰਿਸ਼ ਪੈ ਜਾਏ, ਤੇ ਮੈਂ ਹੁਣ ਆ ਗਿਆ ਘਰ ਤੋਂ ਦੂਰ, ਤੁਸੀਂ ਕਿਹਾ ਸੀ ਜ਼ਮੀਨ 'ਚ ਆਇਓ, ਤੇ ਤੁਸੀਂ ਗੁਰੂ ਸਾਹਿਬ ਜੀ ਅਰਦਾਸ ਕਰਦੇ ਨਹੀਂ, ਇੱਥੇ ਫਿਰ ਬਾਰਿਸ਼ ਪੈਣ ਲੱਗ ਪੈਣੀ ਹੈ, ਮੈਂ ਫਿਰ ਘਰੇ ਜਾਣਾ ਹੈ, ਮੈਂ ਸਿਰ ਕੇਸ ਭਿੱਜ ਜਾਣਗੇ, ਮੈਂ ਕਿਹਾ ਘਰੋਂ ਕੱਪੜਾ ਲੈ ਕੇ ਜਾਈਏ। ਗੁਰੂ ਅੰਗਦ ਸਾਹਿਬ ਨੇ ਬਚਨ ਕਹੇ, ਕਹਿੰਦੇ ਇੰਨੇ ਵਿਸ਼ਵਾਸ ਨਾਲ ਹੀ ਅਰਦਾਸ ਕਰਿਓ ਜਿੰਨਾ ਵਿਸ਼ਵਾਸ ਬੱਚੇ ਦਾ। ਅਰਦਾਸ ਵਿਸ਼ਵਾਸ ਵਾਲਿਆਂ ਦੀ ਪੂਰੀ ਹੁੰਦੀ ਹੈ। ਅਰਦਾਸ ਹੋਈ ਜੀ, ਥੋੜੇ ਚਿਰ ਬਾਅਦ ਬਾਰਿਸ਼ ਪਈ। ਬੱਚਾ ਅਰਦਾਸ ਕਰਨ ਤੋਂ ਹੀ ਪਹਿਲਾਂ ਕਹਿੰਦਾ ਅਰਦਾਸ ਹੋਣੀ ਹੈ, ਬਾਰਿਸ਼ ਪੈਣ ਲੱਗ ਪੈਣੀ, ਮੈਂ ਤੇ ਭਿੱਜ ਜਾਣਾ, ਤਾਂ ਮੈਂ ਕੱਪੜਾ ਲੈ ਕੇ ਆਇਆ। ਅਸੀਂ ਕਹਿੰਦੇ ਜੀ ਅਰਦਾਸ ਕਰਾ ਕੇ ਵੇਖ ਲੈਨੇ, ਜਾਪਣੀ ਸਾਹਿਬ ਵੇਖਣਾ ਕੀ ਅਰਦਾਸ ਕਰਾ ਕੇ, ਅਰਦਾਸ ਕਰਾ ਕੇ ਸਮਝੋ ਜੀ ਹੋ ਗਿਆ ਕਾਰਜ। ਕਾਰਜ ਉਹਦਾ ਹੋਣਾ ਜਿਹੜਾ ਇਹ ਕਹਿੰਦਾ ਜੀ ਹੋ ਗਿਆ, ਉਹ ਅਰਦਾਸ ਕਰਾਈ, ਅਰਦਾਸ ਕਰਾ ਕੇ ਸੌਂ ਵੀ ਨਹੀਂ ਜਾਣਾ ਜਾ ਕੇ। ਕਿਸੇ ਨੇ ਗੱਡੀ ਲੈਣੀ, ਅਰਦਾਸ ਕਰਾਤੀ, ਹੁਣ ਗੁਰੂ ਸਾਹਿਬ ਜੀ ਪੂਰੀ ਗੱਡੀ ਲੈਣੀ ਹੈ, ਮਿਹਨਤ ਵਿੱਚ ਲੱਗ ਜਾਈਏ, ਮਦਦ ਗੁਰੂ ਨਾਨਕ ਸਾਹਿਬ ਜੀ ਜ਼ਰੂਰ ਕਰਨਗੇ, ਉਹ ਅਰਦਾਸ ਪੂਰੀ ਜ਼ਰੂਰ ਹੋਏਗੀ। ਮਹਾਰਾਜ ਕਹਿੰਦੇ ਉਹ ਫਿਰ ਵਰਸਿਆ ਜੀ, ਇੰਦਰ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ। ਉਹ ਫਿਰ ਮਾੜੀਆਂ ਮੋਟੀਆਂ ਕਣੀਆਂ ਨਹੀਂ ਉਹਨੇ ਪਾਈਆਂ, ਗੂੜੀ ਸ਼ੈਬਰ ਲਾ ਕੇ ਵਰਸਿਆ ਜੀ ਉਹ। ਇਹਦਾ ਅਰਥ ਪਤਾ ਕੀ ਹੈ? ਮਨੁੱਖ ਨੇ ਨਾਮ ਦੀ ਕੀਤੀ ਅਰਦਾਸ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੀ ਭਿਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ। ਸਿੱਖ ਨੇ ਅਰਦਾਸ ਕੀਤੀ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ। ਅਰਦਾਸ ਇਹ ਹੋਈ ਤੇ ਹੁਣ ਗੂੜੀ ਸ਼ੈਬਰ ਕੀ ਆ, ਗੂੜੀ ਸ਼ੈਬਰ ਲੱਗੀ ਹੋਈ ਹੈ। ਅਰਦਾਸ ਹੋਈ ਨਾ ਨਾਮ ਦੀ ਦਾਤ ਦਿਓ, ਤੇ ਫਿਰ ਉਹ ਗੂੜੀ ਸ਼ੈਬਰ ਲਾ ਕੇ ਵਰਸਦਾ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੋਣ ਸ਼ਬਦ। ਫਿਰ ਧਾਰਾ ਵਹਿੰਦੀ ਹੈ ਜੀ ਅੰਮ੍ਰਿਤ ਦੀ ਅੰਦਰ, ਅੰਮ੍ਰਿਤ ਤੇ ਵਰਸ ਰਿਹਾ ਹੈ। ਆਤਮਾ ਆਨੰਦ ਲੈ ਰਹੀ ਨਾ, ਜਦੋਂ ਕਥਾ ਕੀਰਤਨ ਹੁੰਦਾ, ਆਤਮਾ ਜਦੋਂ ਆਨੰਦ ਲੈਂਦੀ ਹੈ, ਉਹ ਆਤਮਾ ਤ੍ਰਿਪਤ ਹੋ ਰਹੀ ਉਸ ਬਾਰਿਸ਼, ਉਹ ਜਿਹੜਾ ਅੰਦਰ ਵਰਸ ਰਿਹਾ ਹੈ ਨਾ, ਉਹਦਾ ਆਨੰਦ ਜਦੋਂ ਤੁਹਾਡੀ ਆਤਮਾ ਖੁਸ਼ ਹੁੰਦੀ ਹੈ, ਉਹ ਨਾਮ ਦੀ ਸ਼ੈਬਰ ਲੱਗੀ ਹੁੰਦੀ ਹੈ, ਕੀਰਤਨ ਦੀ ਸ਼ੈਬਰ ਲੱਗੀ, ਕਥਾ ਦੀ ਸ਼ੈਬਰ ਲੱਗੀ ਹੈ। ਇੱਥੇ ਮਹਾਰਾਜ ਕਹਿੰਦੇ ਇੰਦਰ ਵਰਸਿਆ ਜੀ, ਵਾਹਿਗੁਰੂ ਨੇ ਦਇਆ ਕੀਤੀ, ਗੂੜੀ ਸ਼ੈਬਰ ਲਾ ਕੇ ਹੁਣ ਜੀਵ ਆਨੰਦ ਪ੍ਰਾਪਤ ਕਰ ਰਹੇ ਹਨ। ਤਨ ਮਨ ਸੁਖ ਹੋਏ। ਜਦੋਂ ਅਰਦਾਸ ਬਬੀਹੇ ਦੀ ਸੁਣੀ ਗਈ, ਇੰਦਰ ਵਰਸਣ ਲੱਗ ਪਿਆ। ਹੁਣ ਬਬੀਹੇ ਨੂੰ ਤਨ ਤੇ ਮਨ ਕਰਕੇ ਸੁਖ ਹੋਇਆ। ਮਨ ਨੂੰ ਬਹੁਤ ਤਪਸ਼ ਹੋਵੇ, ਬਾਰਿਸ਼ ਪੈਣ ਲੱਗ ਪਏ, ਤਨ ਹੀ ਨਹੀਂ ਠੰਡਾ ਹੁੰਦਾ, ਆਤਮਾ ਵੀ। ਕਈ ਵਾਰੀ ਤੁਸੀਂ ਵੇਖਿਓ ਬਹੁਤ ਹੀ ਚਿਰ ਬਾਅਦ ਬਾਰਿਸ਼ ਪਵੇ ਨਾ, ਕੱਲਾ ਇਹ ਨਹੀਂ ਹੈਗਾ ਵੀ ਬਾਰਿਸ਼ ਸਾਡੇ ਸਰੀਰ ਨੂੰ ਠੰਡਿਆ ਕਰਦੀ, ਵੀ ਬਾਰਿਸ਼ ਦੇ ਮੀਂਹ 'ਚ ਅਸੀਂ ਖੜੇ ਹਾਂ। ਬਾਰਿਸ਼ ਤੁਹਾਡਾ ਵੇਖਿਆ ਵੀ ਬਾਰਿਸ਼ ਨੂੰ ਤੁਹਾਨੂੰ ਆਨੰਦ ਪ੍ਰਾਪਤ ਹੁੰਦਾ, ਆਤਮਾ ਵੀ ਤੁਹਾਡੀ ਖੁਸ਼ ਹੁੰਦੀ ਹੈ। ਜਦੋਂ ਰੱਬ ਵਰਸਦਾ ਹੈ ਨਾ, ਉਹਦੀ ਬਖਸ਼ਿਸ਼ 'ਚ ਹੈ ਹੀ ਸੁੱਖ ਹੈ। ਉਹ ਬਾਰਿਸ਼ ਦਾ ਆਨੰਦ ਮੰਨਦੇ ਫਿਰ ਜੀਵ। ਉਹ ਤਨ ਦੀ ਵੀ ਤਪਸ਼ ਦੂਰ ਕਰਦੀ, ਅੰਦਰਲੀ ਤਪਸ਼ ਵੀ ਬਾਰਿਸ਼ ਦੂਰ ਕਰਦੀ ਹੈ। ਚਲੋ ਉੱਥੇ ਦੁਨਿਆਵੀ ਬਾਰਿਸ਼ ਦੀ ਆਪਾਂ ਗੱਲ ਕਰ ਰਹੇ, ਅੰਦਰ ਨਾਮ ਦੀ ਬਾਰਿਸ਼ ਹੁੰਦੀ ਹੈ, ਸ਼ੈਬਰ ਲੱਗਦੀ ਹੈ। ਤੇ ਬਬੀਹੇ ਨੂੰ ਭਾਈ ਫਿਰ ਗੁਰਮੁਖ ਨੂੰ, ਸਿੱਖ ਨੂੰ ਤਨ ਮਨ ਕਰਕੇ ਸੁਖ ਪ੍ਰਾਪਤ ਹੁੰਦਾ ਹੈ। ਜਿਹੜਾ ਬਬੀਹਾ ਇਹਨੂੰ ਤਤ ਬੂੰਦ ਮੋਹ ਪਾਏ, ਮੂੰਹ ਦੇ ਅੰਦਰ ਪੈਂਦਾ, ਫਿਰ ਉਹਨੂੰ ਆਨੰਦ ਮਿਲਦਾ ਹੈ। ਦਾਸ ਨੇ ਅੱਗੇ ਬੇਨਤੀ ਕੀਤੀ, ਬਬੀਹਾ ਭਾਵੇਂ ਸਮੁੰਦਰ ਦੇ ਨਦੀ ਦੇ ਕੰਢੇ ਬੈਠੇ, ਸਮੁੰਦਰ ਤੇ ਨਦੀ ਦਾ ਪਾਣੀ ਬਬੀਹੇ ਦੀ ਪਿਆਸ ਨਹੀਂ ਬੁਝਾਉਂਦਾ ਹੈ। ਬੀਬੀਆ ਸਮੁੰਦਰ ਦੇ ਕੰਢੇ ਬੈਠਾ ਵੀ ਰੱਬ ਅੱਗੇ ਅਰਦਾਸ ਕਰਦੇ, ਬਾਰਿਸ਼ ਪੈਂਦੀ, ਫਿਰ ਆਪਣਾ ਮੂੰਹ ਉੱਪਰ ਨੂੰ ਚੁੱਕਦਾ, ਇੱਕ ਬੂੰਦ ਇਹਦੇ ਅੰਦਰ ਜਾਂਦੀ, ਇੱਕ ਬੂੰਦ ਹੀ ਉਹਨੂੰ ਤ੍ਰਿਪਤ ਕਰ ਦਿੰਦੀ ਹੈ। ਇੱਥੇ ਤਤ ਬੂੰਦ ਉਹਨੂੰ ਕਿਹਾ ਗੁਰੂ ਅਮਰਦਾਸ ਮਹਾਰਾਜ ਨੇ, ਤਤ ਬੂੰਦ ਮੋਹ ਪਾਏ। ਉਹ ਸਵੰਤੀ ਬੂੰਦ ਜਦੋਂ ਬਬੀਹੇ ਦੇ ਅੰਦਰ ਜਾਂਦੀ, ਫਿਰ ਤਨ ਮਨ ਕਰਕੇ ਉਹਨੂੰ ਸੁਖ ਮਿਲਦਾ ਹੈ ਜੀ। ਅਨ ਧਨ ਬਹੁਤਾ ਉਪਜੈ। ਕਹਿੰਦੇ ਫਿਰ ਅੰਨ ਧਨ ਬਹੁਤਾ ਉਪਜੈ। ਬਾਰਿਸ਼ ਨਹੀਂ ਪਈ, ਅੰਨ ਤੇ ਧਨ ਕਿੱਥੋਂ ਫਿਰ ਔੜ ਲੱਗੀ ਹੈ ਨਾ। ਜਦੋਂ ਬਾਰਿਸ਼ ਪੈਂਦੀ ਫਿਰ ਅੰਨ ਧਨ ਬਹੁਤਾ ਉਪਜੈ, ਫਿਰ ਤੇ ਅੰਨ ਧਨ ਉਪਜੇਗਾ। ਪੁਰਾਤਨ ਸਮੇਂ, ਚਲੋ ਹੁਣ ਤੇ ਜ਼ਮੀਨ 'ਚ ਸੱਲ 1000 ਫੁੱਟ ਵੀ ਭਾਵੇਂ ਮਾਰ ਲਓ ਪਾਣੀ ਨਿਕਲਦਾ ਹੈ। ਪੁਰਾਤਨ ਸਮੇਂ ਸਿਰਫ ਬਾਰਿਸ਼ ਦਾ ਹੀ। ਫਿਰ ਖੂਹ ਲਾਏ, ਮਹਾਰਾਜ ਨੇ ਬਹੁਤ ਖੂਹ ਲਵਾਏ ਆਪਣੇ ਹੱਥੀਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ। ਅੱਜ ਤੇ ਟਿਊਬਵੈੱਲ ਲੱਗੇ ਨੇ, ਸਮਰਸੀਬਲ ਲੱਗੇ ਨੇ, ਅੱਜ ਪ੍ਰਬੰਧ ਹੈ ਪਾਣੀ ਦਾ। ਪੁਰਾਤਨ ਸਮੇਂ ਬਾਰਿਸ਼ ਦੇ ਉੱਪਰ ਹੀ ਇਹ ਫਸਲ ਜਿਹੜੀ ਉਹ ਡਿਪੈਂਡ ਹੁੰਦੀ ਸੀ। ਬਾਰਿਸ਼ ਪਈ, ਮਹਾਰਾਜ ਕਹਿੰਦੇ ਨਾਨਕ ਸਾਵਣ ਜੇ ਵਸੈ, ਚਹੋ ਉਮਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ।
ਨਾਨਕ ਸਾਵਣ ਜੇ ਵਸੇ ਚੌਹੂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਧਨਾ ਪੰਖੀ ਚਾਕਰ ਸੋਏ। ਮਹਾਰਾਜ ਕਹਿੰਦੇ ਗਾਈ ਪੁੱਤ, ਗਾਂ ਦੇ ਪੁੱਤ ਬਲਦ, ਜਦੋਂ ਬਾਰਿਸ਼ ਪੈਂਦੀ ਸੀ ਦਿਨ ਰਾਤ ਫਿਰ ਇਹਨਾਂ ਨੂੰ ਵਾਇਆ ਜਾਂਦਾ ਸੀ। ਸਾਉਣ ਦੇ ਮਹੀਨੇ 'ਚ ਬਾਰਿਸ਼ ਪੈਂਦੀ ਸੀ, ਫਿਰ ਜ਼ਿਮੀਂਦਾਰ ਸਾਰੇ ਜੋਕਾਂ ਲੈ ਕੇ, ਕਈਆਂ ਨੇ ਤਿੰਨ ਤਿੰਨ ਜੋਕਾਂ ਰੱਖੀਆਂ। ਬਜ਼ੁਰਗ ਭੁੱਲਰ ਸਾਹਿਬ ਜੀ ਬੈਠੇ, ਇਹਨਾਂ ਨੂੰ ਪਤਾ ਹੈ, ਪੁਰਾਣੇ ਜਿਨ੍ਹਾਂ ਨੇ ਸਭ ਕੁਝ ਵੇਖਿਆ ਹੈ। ਸਾਨੂੰ ਤੇ ਹੁਣ ਹੱਲ ਦੀ ਗੱਲ ਕਰਨ ਵਾਸਤੇ ਗੁਰਦੁਆਰਿਆਂ 'ਚ ਰੱਖਣੀਆਂ ਪੈਣੀਆਂ, ਇਹਨੂੰ ਹੱਲ ਕਹਿੰਦੇ, ਸਾਨੂੰ ਬੱਚਿਆਂ ਨੂੰ ਦੱਸਣਾ ਪੈਣਾ। ਖੂਹ ਦੀਆਂ ਟਿੰਡਾਂ ਸਭ ਕੁਝ ਗੁਰਦੁਆਰਿਆਂ 'ਚ ਆਉਣ ਵਾਲੇ ਸਮੇਂ 'ਚ ਰੱਖਣੀਆਂ ਪੈਣੀਆਂ। ਪੁੱਤਰ ਖੂਹ ਇਹਦੇ ਨਾਲ ਗਿਣਦੇ ਸਨ, ਤੇ ਜਿਨ੍ਹਾਂ ਨੇ ਅੱਖੀਂ ਵੇਖਿਆ ਉਹਨਾਂ ਨੂੰ ਸਾਰਾ ਕੁਝ ਪਤਾ ਹੈ। ਮਹਾਰਾਜ ਨੇ ਕਿਹਾ ਨਾ, ਹਰ ਹੱਟ ਭੀ ਤੂੰ ਤੂੰ ਕਰੇ ਬੋਲੇ ਭਲੀ। ਉਹ ਕੁੱਤਾ ਹੁੰਦਾ ਨਾ, ਉਹ ਕਈ ਵਾਰੀ ਵੇਖਿਆ ਇੱਥੇ ਰਤੋਗੀ ਗੁਰਦੁਆਰਾ ਸੀ, ਬਾਬਾ ਰੀਗੀ ਸਿੰਘ ਜੀ ਦਾ, ਉੱਥੇ ਨਿੱਕੇ ਨਿੱਕੇ ਹੁੰਦੇ ਜਾਂਦੇ ਹੁੰਦੇ ਸਾਂ। ਉੱਥੇ ਖੂਹ ਅਜੇ ਵੀ ਹੈ, ਤੁਸੀਂ ਆਪ ਜੀ ਕਿਤੇ ਜਾਓ। ਇੱਕ ਵਾਰੀ ਦਾਸ ਨੂੰ 4 ਕੁ ਸਾਲ ਹੋ ਗਏ, ਉੱਥੇ ਕਥਾ ਕਰਨ ਦੀ ਵੀ ਸੇਵਾ ਮਿਲੀ। ਉਹ ਉੱਥੇ ਮੈਜਰ ਸਾਹਿਬ ਜੀ ਨੇ ਸੱਦਿਆ ਸੀ, ਉੱਥੇ ਰਾਤ ਦੀ ਦੀਵਾਨਾ ਝਾਤਰੀ ਭਰ ਕੇ ਆਏ ਸੀ ਦਾਸ। ਉੱਥੇ ਅਜੇ ਵੀ ਖੂਹ, ਉਹ ਕੁੱਤਾ ਹੁੰਦਾ ਨਾ, ਭਾਈ ਮਰਦਾਨਾ ਕਹਿੰਦਾ, ਉਹ ਫਿਰ ਪਕੜ ਲੈਂਦਾ ਇਹਨੂੰ, ਟਿੰਡਾ ਨੂੰ, ਫਿਰ ਦੁਬਾਰਾ ਨਹੀਂ ਥੱਲੇ ਜਾਣ ਦਿੰਦਾ ਜਦੋਂ ਰੋਕਣਾ ਹੁੰਦਾ ਖੂਹ। ਮਹਾਰਾਜ ਕਹਿੰਦੇ ਵੀ ਇਹ ਟਕ ਟਕ ਕਰੀ ਜਾਂਦਾ ਕੁੱਤਾ। ਮਹਾਰਾਜ ਕਹਿੰਦੇ ਟਕ ਟਕ ਨਹੀਂ, ਇਹ ਵੀ ਜਪਦਾ, ਤੂੰ ਤੂੰ ਹੀ ਕਰਦਾ ਮਰਦਾਨਿਆ। ਕਿਉਂਕਿ ਗੁਰੂ ਨਾਨਕ ਸਾਹਿਬ ਤੂੰ ਤੂੰ ਕਰਦੇ ਸੀ, ਉਹ ਹਰੇਕ ਆਵਾਜ਼ ਚੋਂ ਹੀ ਉਹ ਰੱਬ ਦੀ ਬੰਦਗੀ ਨੂੰ ਭਾਲਦੇ ਸਨ, ਵੀ ਸਾਰੇ ਰੱਬ ਦੀ ਬੰਦਗੀ। ਪੰਛੀ ਬੋਲਦੇ ਆ, ਪਸ਼ੂ ਬੋਲਦੇ ਆ, ਹਵਾ ਚੱਲਦੀ ਹੈ, ਪਾਣੀ ਦੀ ਆਵਾਜ਼, ਰੱਬ ਨੂੰ ਜਪਦੇ ਆ। ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਗੁਰਦੁਆਰੇ ਰੱਖੀਆਂ, ਕਥਾ ਕਰਨ ਵਾਲੇ ਨੂੰ ਗੁਰਦੁਆਰੇ ਵਿਖਾਉਣੀਆਂ ਪੈਣੀਆਂ। ਭਾਈ ਇਹਨਾਂ ਨੂੰ ਕਹਿੰਦੇ ਸੀ, ਹੁਣ ਤੇ ਚਲੋ ਸੰਗਤ ਸਮਝ ਜਾਂਦੀ। ਉਹ ਮਹਾਰਾਜ ਕਹਿੰਦੇ ਐ ਵੀ ਅੰਨ ਧਨ ਬਹੁਤਾ ਉਪਜੈ। ਜਦੋਂ ਬਾਰਿਸ਼ ਪੈਂਦੀ ਸੀ, ਬੀਜ ਪਾਇਆ ਜਾਂਦਾ, ਤਿੰਨ ਤਿੰਨ ਜੋਕਾਂ ਰੱਖੀਆਂ, ਦਿਨ ਰਾਤ ਉਹਨਾਂ ਨੂੰ ਵਾਹਿਆ ਜਾਂਦਾ ਸੀ, ਉਹ ਫਿਰ ਉਪਜੈ। ਫਿਰ ਜੇ ਬਾਰਿਸ਼ ਪੈਂਦੀ ਸੀ, ਫਿਰ ਫਸਲ ਹੋ ਜਾਂਦੀ ਸੀ, ਨਹੀਂ ਤੇ ਉੱਗੀ ਹੋਈ ਫਸਲ ਵੀ ਸੜ ਜਾਂਦੀ ਸੀ। ਬਾਰਿਸ਼ ਤੇ ਹੀ ਸਭ ਕੁਝ ਸੀ। ਭਾਈ ਅੰਨ ਧਨ ਫਿਰ ਜਦੋਂ ਬਾਰਿਸ਼ ਪੈਂਦੀ ਬਹੁਤ ਉਪਜਦਾ ਹੈ। ਧਰਤੀ ਸੁਭਾ ਪਾਈ, ਕਹਿੰਦੇ ਧਰਤੀ ਤੇ ਫਿਰ ਹਰਿਆਵਲ ਹੋ ਜਾਂਦੀ ਹੈ, ਵੀ ਸ਼ੋਭਨ ਲੱਗ ਪੈਂਦੀ ਹੈ। ਜਦੋਂ ਬਾਰਿਸ਼ ਹੀ ਨਾ ਹੋਈ, ਫਿਰ ਸਾਰਾ ਕੁਝ ਸੜ ਸੁੱਕ ਜਾਂਦਾ ਹੈ। ਜਦੋਂ ਬਾਰਿਸ਼ ਪੈ ਗਈ ਤੇ ਫਿਰ ਹਰਿਆ ਭਰਿਆ ਸਭ ਕੁਝ, ਧਰਤੀ ਨੂੰ ਵੀ ਸ਼ੋਭਾ। ਜਿਵੇਂ ਇੱਕ ਇਸਤਰੀ ਸਰੀਰ ਤੇ ਸ਼ਿੰਗਾਰ ਨਹੀਂ ਕਰਦੀ ਨਾ, ਆਹ ਜਿਹੜੇ ਫੁੱਲ ਫਲ ਜਿਹੜੇ ਨੇ ਧਰਤੀ ਦਾ ਸ਼ਿੰਗਾਰ ਨੇ, ਤੇ ਇਹ ਲੱਗਣੇ ਫੁੱਲ ਫਲ ਉਦੋਂ ਹੀ ਜਦੋਂ ਬਾਰਿਸ਼ ਪੈਗੀ। ਜਦੋਂ ਪੱਤ ਝੜ ਹੁੰਦਾ ਤੁਹਾਨੂੰ ਬਹੁਤੀ ਹਰਿਆਵਲ ਥੋੜੀ ਦਿਸਦੀ ਹੈ। ਜਦੋਂ ਬਸੰਤ ਚੜਿਆ, ਬਸੰਤ ਫੁੱਲੀ ਬਣ ਰਾਇਆ, ਬਣ ਰਾਏ, ਫਿਰ ਫੁੱਲਦੀ ਹੈ ਫੁੱਲ। ਫਿਰ ਤੇ ਉਹ ਨਜਾਇਜ਼ ਜਿਹੇ ਜਿਹੜੇ ਨਿਕਲੇ ਪੌਦਿਆਂ ਨੂੰ ਵੀ ਫੁੱਲ ਲੱਗ ਪੈਂਦੇ ਆ। ਜਿਹੜੇ ਉਹ ਬਿਲਕੁਲ ਨਕੰਮੇ ਬੂਟੇ ਹੁੰਦੇ ਨੇ, ਉਹ ਵੀ ਹਰੇ ਭਰੇ ਦਿਸਦੇ ਨੇ ਉਹਨਾਂ ਦਿਨਾਂ ਦੇ ਅੰਦਰ। ਮਹਾਰਾਜ ਕਹਿੰਦੇ ਧਰਤੀ ਦਾ ਸ਼ਿੰਗਾਰ ਹੋ ਜਾਂਦਾ, ਫਿਰ ਸ਼ੋਭਾ ਪਾਉਂਦੀ ਹੈ ਜੀ। ਅਨ ਦਿਨ ਲੋਕ ਭਗਤ ਕਰੇ, ਇਹੋ ਜਿਹੇ ਫਿਰ ਸਮੇਂ 'ਚ ਮੌਸਮ 'ਚ ਲੋਕ ਦਿਨ ਰਾਤ ਭਗਤੀ ਕਰਦੇ ਹਨ। ਗੁਰ ਕੈ ਸ਼ਬਦ ਸਮਾਈ, ਗੁਰੂ ਦੇ ਸ਼ਬਦ ਦੇ ਅੰਦਰ ਸਮਾ ਜਾਂਦੇ ਹਨ ਜੀ। ਆਪੇ ਸੱਚਾ ਬਖਸ਼ ਲਾਈ, ਫਿਰ ਉਹ ਜਦੋਂ ਜਪਣ ਵਾਲਾ ਜਪਣ ਦਾ ਯਤਨ ਕਰਦਾ, ਫਿਰ ਸੱਚਾ ਉਹਦੇ ਗੁਨਾਹ ਨੂੰ ਬਖਸ਼ ਦਿੰਦਾ ਹੈ। ਕਰ ਕਿਰਪਾ ਕਰੈ ਰਜਾਈ, ਕਿਰਪਾ ਕਰਕੇ ਉਹਨੂੰ ਆਪਣੀ ਰਜ਼ਾ 'ਚ ਲੈ ਆਉਂਦਾ ਜੀ। ਜੀਵ ਉਹਦੀ ਰਜ਼ਾ 'ਚ ਚੱਲਣ ਲੱਗ ਪੈਂਦਾ ਹੈ। ਗੁਣ ਗਾਵਹੁ ਕਾਮਣੀ, ਇਹ ਜੀਵ ਰੂਪੀ ਇਸਤਰੀ ਹਰ ਦੇ ਗੁਣ ਗਾਇਆ ਕਰ। ਸੱਚਾ ਸ਼ਬਦ ਸਮਾਈ, ਸੱਚੇ ਸ਼ਬਦ ਦੇ ਵਿੱਚ ਸਮਾ ਜਾਣਾ ਕਰ। ਭੈ ਕਾ ਸਹਿਜ ਸਿਗਾਰ ਕਰਿਓ, ਕਹਿੰਦੇ ਭੈ ਕਾ ਸਹਿਜ ਸ਼ਿੰਗਾਰ ਕਰਨਾ ਚਾਹੀਦਾ। ਭੈ ਦਾ ਕਿਤੇ ਵੈਸੇ ਡਰ ਹੈ, ਰੱਬ ਦੇ ਡਰ 'ਚ ਰਹਿਣਾ ਚਾਹੀਦਾ, ਉਹਦੇ ਨਾਲ ਪ੍ਰੇਮ ਵੀ ਕਰਨਾ ਚਾਹੀਦਾ, ਇਹੀ ਸ਼ਿੰਗਾਰ ਹੋਣਾ ਚਾਹੀਦਾ ਹੈ। ਸਚ ਰਹੋ ਨਿਵਲਾਈ, ਇਹ ਜੀਵ ਰੂਪੀ ਇਸਤਰੀ ਸੱਚ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖਣਾ ਕਰ। ਨਾਨਕ ਨਾਮੋ ਮਣ ਵਸੈ, ਨਾਨਕ ਫਿਰ ਨਾਮ ਮਨ 'ਚ ਵਸ ਜਾਂਦਾ ਹੈ। ਹਰਿ ਦਰਗਹ ਲਏ ਛਡਾਈ, ਉਹ ਦਰਗਾਹ ਦੇ ਅੰਦਰ ਬਹੁਤਿਆਂ ਨੂੰ ਸਜਾਵਾਂ ਮਿਲਦੀਆਂ, ਨਾਮ ਸਭ ਨੂੰ ਛਡਾ ਲੈਂਦੇ। ਫਿਰ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਦਰਗਾਹ ਦੇ ਅੰਦਰ ਵੀ ਤੈਨੂੰ ਭਾਈ ਮਾਨ ਸਤਿਕਾਰ ਮਿਲੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ ਦਾ ਧੰਨਵਾਦ। ਜੀ ਆਇਆਂ ਨੂੰ ਭਾਈ ਇਹਨਾਂ ਸਥਾਨਾਂ ਦੀ ਸੇਵਾ ਕਾਰ